ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਸੁਖਵਿੰਦਰ ਜੀ। ਧੰਨਵਾਦ। ਪ੍ਰੋਫੈਸਰ ਵੀਰਬਾਲ ਦਿਵਸ, ਕੇਂਦਰ ਨੇ ਆਪਣੀ ਪਿੱਠ ਥਪਥ ਪਾਈ ਕਿ ਅਸੀਂ ਦੇਖੋ ਜੀ ਸਿੱਖਾਂ ਦੇ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਯਾਦ ਕੀਤਾ ਨੈਸ਼ਨਲ ਪੱਧਰ ਉੱਤੇ, ਤੇ ਕਹਿੰਦੇ ਇੰਟਰਨੈਸ਼ਨਲ ਪੱਧਰ ਤੇ ਵੀ ਚਰਚਾ ਹੋਏਗੀ। ਲੱਗਣਗੀਆਂ ਅਖਬਾਰਾਂ 'ਚ, ਅੰਗਰੇਜ਼ੀ ਅਖਬਾਰਾਂ 'ਚ ਖਬਰਾਂ ਆ ਜਾਣੀਆਂ ਅੱਜ ਸਾਰਿਆਂ ਦੇ ਸਾਹਮਣੇ। ਪ੍ਰਧਾਨ ਮੰਤਰੀ ਸਾਹਿਬ ਨੇ ਜੋ ਕੁਝ ਉੱਥੇ ਕਿਹਾ, ਨਾਲੋਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਵੀ ਜ਼ਿਕਰ ਹੋਇਆ। ਉਹਨਾਂ ਨੇ ਵੀ ਭਾਸ਼ਣ ਦਿੱਤਾ, ਉਹਨਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਪਰ ਇੱਥੇ ਪੰਜਾਬ 'ਚ ਕੀ ਚੱਲਿਆ, ਜਿੱਥੇ ਸਿੱਖਾਂ ਦੀ ਬਹੁਤ ਗਿਣਤੀ ਹੈ, ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਸੰਸਥਾ ਆ, ਉਹ ਕਹਿੰਦੇ ਕਿ ਨਹੀਂ, ਅਸੀਂ ਵੀਰਬਾਲ ਦਿਵਸ ਨੂੰ ਮੰਨਦੇ ਨਹੀਂ, ਅਸੀਂ ਤਾਂ ਇਹਨਾਂ ਨੂੰ ਸਾਹਿਬਜ਼ਾਦੇ ਕਹਿੰਦੇ ਆ, ਛੋਟੇ ਸਾਹਿਬਜ਼ਾਦੇ। ਬਾਬਾ ਜ਼ੋਰਾਵਰ ਸਿੰਘ ਕਹਿੰਦੇ ਆ, ਬਾਬਾ ਫਤਿਹ ਸਿੰਘ ਕਹਿੰਦੇ ਆ, ਇਹਨਾਂ ਲਈ ਵੀਰਬਾਲ ਦਿਵਸ ਪਤਾ ਨਹੀਂ ਕੌਣ ਨੇ। ਇਸ ਤਰ੍ਹਾਂ ਦੇ ਸਵਾਲ ਉੱਠੇ। ਕਿਵੇਂ ਦੇਖਦੇ ਹੋ ਕਿ ਇਹ ਫੈਸਲਾ ਜਿਹੜਾ ਆ ਇਹ ਕੀ ਸੋਚ ਕੇ ਲਿਆ ਗਿਆ? ਪਹਿਲੀ ਗੱਲ ਤੇ ਹੈ ਕਿ ਅਚਾਨਕ ਸਿੱਖੀ ਦੀ ਜਿਹੜੇ ਬਹਾਦਰੀਆਂ ਹੈ ਜਾਂ ਕੁਰਬਾਨੀਆਂ ਹੈ, ਉਹਦਾ ਯਾਦ ਕੇਂਦਰ ਦੀ ਸਰਕਾਰ ਨੂੰ ਕਿਉਂ ਆਇਆ ਤੇ ਕਿਵੇਂ ਆਇਆ? ਇਹ ਪਹਿਲਾਂ ਅੱਜ ਦੀ ਨਵੀਂ ਗੱਲ ਇਹ ਤੇ 300 ਸਾਲ ਪੁਰਾਣੀ, 1704 ਤੋਂ ਲੈ ਕੇ ਅੱਜ ਤੱਕ ਦੇਖ ਲਓ ਕਿ ਇਹ ਅਚਾਨਕ ਆਜ਼ਾਦ ਭਾਰਤ ਵਿੱਚ ਪਹਿਲੀ ਵਾਰੀ ਇਹਨੂੰ ਵੀਰਬਾਲ ਦਿਵਸ ਕਿਉਂ ਮਨਾਉਣ ਦੀ ਇੱਕ ਸ਼ੁਰੂਆਤ ਕਰਤੀ ਗਈ। ਇਹਦਾ ਜਿਹੜੀ ਸ਼ੁਰੂਆਤ ਅਸਲ ਵਿੱਚ ਹੋਈ ਸੀਗੀ ਉਹ ਤੇ ਇਸ ਕਰਕੇ ਹੋਈ ਸੀ ਵੀ ਜਿਹੜਾ ਚਾਚਾ ਨਹਿਰੂ ਦੇ ਜਨਮ ਦਿਨ ਤੇ ਪਹਿਲਾਂ ਇੱਕ ਬੱਚਿਆਂ ਦਾ ਦਿਵਸ ਮਨਾਇਆ ਜਾਂਦਾ ਹੈ, ਚਿਲਡਰਨ ਡੇ ਮਨਾਇਆ ਜਾਂਦਾ, ਤੇ ਉਹ ਤੇ ਖੁਸ਼ੀਆਂ ਦਾ ਦਿਨ ਹੈਗਾ, ਤੇ ਉਹਨਾਂ ਦਾ ਜਨਮ ਦਿਨ ਆ, ਇਸ ਕਰਕੇ ਬੱਚੇ ਉਹਨੂੰ ਚਾਚਾ ਕਹਿੰਦੇ ਆ, ਤੇ ਇਸ ਕਰਕੇ ਉਹ ਜਨਮ ਦਿਨ ਮਨਾਉਣ ਦੀ ਇੱਕ ਪਰੰਪਰਾ ਹੈ ਕਿ ਇਹ ਚਿਲਡਰਨ ਡੇ ਹੈਗਾ। ਉਹਦੀ ਜਗ੍ਹਾ ਇਹ ਚਾਹੁੰਦੇ ਸੀ ਕਿ ਇੱਥੇ ਇਹੋ ਜਿਹਾ ਦਿਵਸ ਹੋਵੇ ਜਿਹਨੂੰ ਵੀਰਬਾਲ ਦਿਵਸ ਕਿਹਾ ਜਾਏ, ਪਰ ਉਹ ਗੱਲ ਦੋਵੇਂ ਉਲਟ ਹੈ। ਕਿੱਥੇ ਤੁਸੀਂ ਇੱਕ ਖੁਸ਼ੀ ਦਾ ਮੌਕਾ, ਇੱਕ ਸ਼ਹਾਦਤ ਦਾ ਤੇ ਗਮੀ ਦਾ ਮੌਕਾ, ਅਫਸੋਸ ਦਾ ਮੌਕਾ, ਕੁਛ ਉਹਨਾਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਨ ਤੋਂ ਬਾਅਦ ਤੁਸੀਂ ਕੁਛ ਪ੍ਰੇਰਨਾ ਲੈਣ ਦਾ, ਆਪਣੇ ਜੀਵਨ ਨੂੰ ਸੁਧਾਰਨ ਦਾ ਸੁਨੇਹਾ। ਇਹ ਦੋ ਗੱਲਾਂ ਅਲੱਗ ਹੈ। ਇਸ ਕਰਕੇ ਉਹ ਤੇ ਉਸ ਤਰ੍ਹਾਂ ਹੀ ਰਹਿ ਗਿਆ। ਨਹਿਰੂ ਦੇ ਉੱਤੇ ਉਹ ਨਹਿਰੂ ਨੂੰ ਜਿਹੜਾ ਹੌਲੀ ਸਾਰੇ ਦੇਸ਼ ਨੂੰ ਨਹਿਰੂ ਦੂਰ ਕਰਨਾ ਤੇ ਨਹਿਰੂ ਤੋਂ ਦੇਸ਼ ਨੂੰ ਦੂਰ ਕਰਨਾ, ਇਹ ਜਿਹੜਾ ਪ੍ਰੋਸੈਸ ਸੀ ਉਹਦੇ ਵਿੱਚ ਉਹ ਜਿਹੜਾ ਇੱਕ ਮਾੜਾ ਜਿਹਾ ਟੁਣਕਾ ਸੀ ਉਹ ਤੇ ਨਹੀਂ ਚੱਲਿਆ, ਉਹ ਤੇ ਇੰਟੈਕਟ ਰਹਿ ਗਿਆ। ਫਿਰ ਇਹ ਅਲੱਗ ਵੀਰਬਾਲ ਦਿਵਸ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਕਿਉਂ? ਉਹ ਫੈਸਲਾ ਇਸ ਲਈ ਕੀਤਾ ਗਿਆ, ਜੋ ਮੈਨੂੰ ਸਮਝ ਪੈਂਦੀ ਹੈ ਕਿ ਜਦੋਂ ਦਾ ਹੀ ਕਿਸਾਨਾਂ ਨੇ ਇੱਕ ਵੱਡੇ ਪੱਧਰ ਦੇ ਉੱਤੇ ਸ਼ਾਂਤਮਈ ਸੰਘਰਸ਼ ਕਰਕੇ ਇੱਕ ਬਹੁਤ ਹੀ, ਇਹ ਤੇ ਅੱਜ ਦੀਆਂ ਗੱਲਾਂ ਨਾ, ਇਹ ਤੇ ਪੁਰਾਣੀਆਂ ਨਹੀਂ, ਸਾਲ ਪੁਰਾਣੀਆਂ ਗੱਲਾਂ ਹੈ, ਇਹ ਕੋਈ 300 ਸਾਲ ਪੁਰਾਣੀ ਗੱਲ ਨਹੀਂ, ਤੇ 700 ਬੰਦੇ ਤੋਂ ਵੱਧ ਕੁਰਬਾਨੀ ਦੇ ਕੇ ਕਰੋਨਾ ਦੀ ਕੋਈ ਕਿਸੇ ਕਿਸਮ ਦੀ ਪਰਵਾਹ ਨਹੀਂ, ਕੋਈ ਕਿਸੇ ਕਿਸਮ ਦੀ ਕਮੀ ਨਹੀਂ। ਇੱਕ ਦੱਸ ਦਿੱਤਾ ਕਿ ਪੰਜਾਬੀ ਆਮ ਕਰਕੇ ਤੇ ਸਿੱਖ ਖਾਸ ਕਰਕੇ ਇਹ ਕਿਸ ਮਿੱਟੀ ਦੇ ਬਣੇ ਆ, ਕਿਸ ਸੋਚ ਦੇ, ਕਿਸ ਵਿਚਾਰ ਦੇ, ਕਿਸ ਫਲਸਫੇ ਦੇ, ਤੇ ਇਹਨਾਂ ਦੇ ਖੂਨ ਦੇ ਵਿੱਚ ਕਿਸ ਕਿਸਮ ਦੀ ਕੁਰਬਾਨੀ ਦਾ ਮਾਦਾ ਹੈ। ਇਹ ਉੱਥੇ ਸਾਬਤ ਹੋ ਗਿਆ। ਐਵੇਂ ਨਹੀਂ ਇਹ ਉਹ ਜਿਹੜੀਆਂ ਗੱਲਾਂ ਚਰਚਾਵਾਂ ਸਾਰੀ ਦੁਨੀਆ ਦੇ ਵਿੱਚ ਗਈਆਂ ਤੇ ਬੜੇ ਬੜੇ ਦੇਸ਼ਾਂ ਦੇ ਵਿੱਚ ਇਸ ਮੂਵਮੈਂਟ ਤੋਂ ਪ੍ਰਭਾਵਿਤ ਹੋ ਕੇ ਮੂਵਮੈਂਟਾਂ ਛਿੜ ਗਈਆਂ ਕਿਸਾਨਾਂ ਦੀਆਂ, ਫਾਰਮਰਸ ਦੀਆਂ, ਜਗ੍ਹਾ ਜਗ੍ਹਾ ਤੇ। ਉਸ ਤੋਂ ਬਾਅਦ ਸਾਰਿਆਂ ਨੂੰ ਯਾਦ ਆਇਆ ਕਿ ਇਹ ਜਿਹੜੇ ਲੋਕ ਪੰਜਾਬੀ ਲੋਕ ਹੈਗੇ ਆ ਭਾਈ, ਇਹਨਾਂ ਤੋਂ ਬਗੈਰ ਦੇਸ਼ ਦੇ ਵਿੱਚ ਆਪਾਂ ਆਪਣੇ ਤੌਰ ਤੇ ਕੋਈ ਨਹੀਂ ਗੱਲ ਵੱਡੀਆਂ ਕਰ ਸਕਦੇ। ਇਹਨਾਂ ਦੀ ਕੁਰਬਾਨੀ, ਇਹਨਾਂ ਦੇ ਇਤਿਹਾਸ ਨੂੰ ਨੈਸ਼ਨਲ ਹਿਸਟਰੀ ਦੇ ਵਿੱਚ ਜਾਂ ਆਜ਼ਾਦੀ ਦੀ ਹਿਸਟਰੀ ਵਿੱਚ ਯੋਗਦਾਨ ਦਿੱਤਾ ਜਾਏ। ਇੱਥੋਂ ਨਿਕਲੀ ਹੈ ਗੱਲ। ਮੈਂ ਕਿਉਂ ਇਹ ਗੱਲ ਕਹਿ ਰਿਹਾ? ਕੱਲਾ ਪ੍ਰਧਾਨ ਮੰਤਰੀ ਦੇ ਅੱਜ ਦੇ ਭਾਸ਼ਣ ਤੋਂ ਜਾਂ ਇਹ ਪ੍ਰੇਰਨਾ ਸਰੋਤ ਤੋਂ ਹੀ ਨਹੀਂ ਕਹਿ ਰਿਹਾ। ਤੁਸੀਂ ਰਾਘਵ ਚੱਡੇ ਦਾ ਦੇਖੋ, ਕਦੀ ਉਹ ਆਨੰਦਪੁਰ ਸਾਹਿਬ ਦਾ ਲੈ ਕੇ ਆਉਂਦੇ ਆ ਮਸਲਾ, ਕਦੀ ਉਹ ਬਰਗਾੜੀ ਵਾਲਿਆਂ ਦਾ ਮਸਲਾ, ਕਾਨੂੰਨ ਸਖਤ ਹੋਣੇ ਚਾਹੀਦੇ ਆ, ਇਸ ਕਿਸਮ ਦਾ। ਉਹਨਾਂ ਨੂੰ ਵੀ ਸਿੱਖੀ ਦਾ ਕਾਫੀ ਤੇਜ ਆ ਗਿਆ। ਸਿੱਖੀ ਵਰਗਾ ਤੇ ਕੋਈ ਹੋਰ ਧਰਮ ਹੀ ਨਹੀਂ ਹੈ, ਕੋਈ ਰਸਤਾ ਹੀ ਨਹੀਂ ਹੈ। ਹੁਣ ਸਵਾਲ ਇਹ ਹੈ
ਕਿ ਕੇਜਰੀਵਾਲ ਦੀ ਪਾਰਟੀ ਝਾੜੂ ਵਾਲੀ ਆਮ ਆਦਮੀ ਹੋਵੇ ਜਾਂ ਕਮਲ ਵਾਲੀ ਬੀਜੇਪੀ ਹੋਵੇ ਜਾਂ ਉਹਨਾਂ ਦੀ ਐਨਡੀਏ ਹੋਵੇ, ਉਹ ਇੱਕ ਰਾਜਨੀਤਿਕ ਪਾਰਟੀਆਂ ਆ। ਉਹਨਾਂ ਨੂੰ ਇੱਕ ਸਿੱਖ ਧਰਮ ਜਾਂ ਸਿੱਖ ਮਾਰਗ, ਸਿੱਖ ਫਲਸਫੇ ਦੇ ਵਿੱਚ ਕੀ ਹਿੱਤ ਹੋ ਸਕਦੇ ਆ। ਉਹਨਾਂ ਐਵੇਂ ਤੇ ਕੋਈ ਪੋਲੀਟੀਕਲ ਪਾਰਟੀ ਤੇ ਕੋਈ ਉਸ ਕਿਸਮ ਦੀ ਫਿਲੈਂਥਰੋਪਿਸਟ ਪਾਰਟੀਆਂ ਤੇ ਨਹੀਂ ਵੀ ਇਹ ਸਮਾਜ ਸੇਵੀ ਪਾਰਟੀਆਂ ਜਾਂ ਐਨਜੀਓ ਹੈਗੀਆਂ। ਉਹਨਾਂ ਦੇ ਤੇ ਕਲੀਅਰ ਕੱਟ ਏਜੰਡੇ ਹੈ, ਕਲੀਅਰ ਕੱਟ ਚਾਹੁੰਦੇ ਆ ਕਿ ਉਹ ਕਿਵੇਂ ਕਿਵੇਂ ਆਪਣੀ ਵਿਚਾਰਧਾਰਾ, ਆਪਣੇ ਜਿਹੜੀ ਆਰਐਸਐਸ ਦੀ ਆਈਡੀਓਲੋਜੀ ਆ, ਰਾਮ ਰਾਜ ਕਹਿ ਲਓ ਜੋ, ਜਾਂ ਤੁਸੀਂ ਉਸ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕਹਿ ਲਓ, ਉਹ ਉਹਨਾਂ ਦੇ ਇੱਕ ਏਜੰਡੇ ਹੈ ਇੱਕ ਆਪਣੀ ਕਿਸਮ ਦੇ। ਅੱਜ ਵੀ ਕੁਝ ਮੈਂ ਪ੍ਰੈਸ ਦੀਆਂ ਹਾਈਲਾਈਟਸ ਪੜ੍ਹ ਰਿਹਾ ਸੀ ਜਿੱਥੇ ਉਹਨਾਂ ਨੇ ਕਿਹਾ ਛੁਰੇ ਚਾਕੂ ਤੇਜ਼ ਕਰ ਲਓ, ਫਲਾਨਾ ਕਰ ਲਓ। ਉਹ ਜਿਹੜੀ ਹਿੰਦੂ ਧਰਮ ਸੰਸਥਾ ਹੈਗੀਆਂ ਜਾਂ ਸੰਸਥਾਨ ਉਹਨਾਂ ਨੇ ਕੋਈ ਸ਼ਾਇਦ ਬਣਾਈ, ਮੈਂ ਕਾਲੀ ਕਾਲੀ ਚ ਹਿੰਦੀ ਚ ਪੂਰਾ ਨਹੀਂ ਪੜ੍ਹ ਸਕਿਆ, ਪਰ ਮੈਂ ਇੰਨਾ ਕੁ ਪੜ੍ਹ ਲਿਆ ਕਿ ਉਹ ਕੀ ਹੈਗਾ। ਤਾਂ ਇਹ ਸੁਖਵਿੰਦਰ ਉਹ ਵੀ ਸਾਰ ਨਾਲੋਂ ਨਾਲ ਹੀ ਚੱਲ ਰਿਹਾ। ਇਹਦੇ ਮੈਨੂੰ 2-3 ਮਤਲਬ ਜਿਹੜੇ ਸਮਝ ਪਏ ਆ। ਇੱਕ ਕਿ ਸਿੱਖਾਂ ਨੂੰ ਅਲੱਗ ਰੱਖਣ ਦੀ ਜਗ੍ਹਾ, ਦਿੱਲੀ ਵਰਸਸ ਪੰਜਾਬ ਬਣਾਉਣ ਦੀ ਜਗ੍ਹਾ, ਇਹਨਾਂ ਨੂੰ ਇਹ ਦੱਸਿਆ ਜਾਏ ਕਿ ਤੁਸੀਂ ਵੀ ਜਿਹੜੀ ਦੇਸ਼ ਦੀ ਮੇਨ ਸਟ੍ਰੀਮ ਹੈਗੀ ਆ ਜਾਂ ਜਿਹੜੀ ਦੇਸ਼ ਦੀ ਇੱਕ ਕੌਮੀ ਭਾਵਨਾ ਆ, ਉਹਦੇ ਅਟੁੱਟ ਤੇ ਬਹੁਤ ਹੀ ਜ਼ਰੂਰੀ ਅੰਗ ਹੈਗੇ। ਇਹ ਪ੍ਰਧਾਨ ਮੰਤਰੀ ਦਾ ਮੈਸੇਜ ਵੀ ਹੈਗਾ ਜਦੋਂ ਕਹਿੰਦੇ ਆ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 29 ਭਗਤਾਂ ਹੋਰਨਾਂ ਦੀਆਂ ਗੁਰੂਆਂ ਦੀਆਂ ਬਾਣੀ ਉਹਦੇ ਵਿੱਚ ਸ਼ਾਮਲ ਹੈਗੀ ਹੈ, ਤਾਂ 15 ਤੇ 14 ਕੁਛ ਇਸ ਤਰ੍ਹਾਂ ਨਾਂ ਲੈ ਰਹੇ ਸੀ ਜੇ ਮੈਂ ਠੀਕ ਹੋਵਾਂ ਤੇ। ਤਾਂ ਉਹ ਅਲੱਗ-ਅਲੱਗ ਸੂਬਿਆਂ ਚੋਂ, ਦੇਸ਼ ਦੇ ਅਲੱਗ-ਅਲੱਗ ਕੋਨਿਆਂ ਚੋਂ ਹੈਗੇ ਆ। ਸੰਤ ਕਬੀਰ ਜੀ ਜਾਂ ਗੁਰੂ ਰਵਿਦਾਸ ਜੀ, ਇਹ ਤੇ ਵਾਰਾਣਸੀ ਚੋਂ ਹੀ ਆਏ ਆ। ਫਿਰ ਇਸੇ ਤਰੀਕੇ ਨਾਲ ਹੋਰ ਜਗ੍ਹਾ ਜਗ੍ਹਾ ਤੋਂ ਬਾਬਾ ਨਾਮਦੇਵ ਦੇਖੋ ਕਿੱਥੋਂ ਆਉਂਦੇ ਆ, ਉਹਨਾਂ ਦੀ ਵੀ ਮਹਿਮਾ ਹੈਗੀ ਆ। ਉਹ ਮਹਾਰਾਸ਼ਟਰ ਤੋਂ ਆਉਂਦੇ ਤੇ ਇਸ ਲਈ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਨਾਂ ਲਿਆ। ਇਸ ਨੈਸ਼ਨਲਿਜ਼ਮ ਦੀ ਫਲੇਵਰ ਦੇਣ ਲਈ, ਸਾਡੇ ਸਿੱਖਾਂ ਨੂੰ ਨੈਸ਼ਨਲ ਇੰਟੀਗ੍ਰੇਸ਼ਨ ਦਾ ਅਹਿਸਾਸ ਕਰਾਉਣ ਲਈ ਉਹਨਾਂ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ 'ਚ ਜਨਮ ਲੈਂਦੇ ਆ। ਉਹਨਾਂ ਦੀ ਕਰਮ ਭੂਮੀ ਅਨੰਦਪੁਰ ਸਾਹਿਬ ਬਣਦੀ, ਪੰਜਾਬ 'ਚ ਬਣਦੀ ਆ, ਤੇ ਉਹ ਸਾਨੂੰ ਜਦੋਂ ਸਦੀਵੀ ਵਿਛੋੜਾ ਦਿੰਦੇ ਉਹ ਨੰਦੇੜ ਸਾਹਿਬ ਉਧਰ ਮਹਾਰਾਸ਼ਟਰ 'ਚ। ਸਾਰਾ ਦੇਸ਼ ਹੋ ਜਾਂਦਾ ਇੱਕ ਵੈਸਟਰਨ ਇੰਡੀਆ, ਇੱਕ ਨਾਰਥ, ਇੱਕ ਨਾਰਥ ਵੈਸਟ। ਤੇ ਇਸ ਲਈ ਉਹ ਕਹਿੰਦੇ ਕਿ ਇਹ ਜਿਹੜੀ ਸਿੱਖੀ ਹੈਗੀ ਇਹ ਇਕੱਲੀ ਪੰਜਾਬ ਦੇ ਵਿੱਚ ਜਾਂ ਪੰਜਾਬੀਆਂ ਦੀ ਤੇ ਜਾਂ ਉਹਨਾਂ ਇੱਕ ਥੋੜੇ ਜਿਹੇ ਸਮੁਦਾਇ ਦੀ ਨਹੀਂ ਹੈ। ਸਿੱਖੀ ਤੇ ਅਸਲ 'ਚ ਸਾਰੇ ਦੇਸ਼ ਚੋਂ ਇਕੱਠੇ ਕੀਤੇ ਵਿਚਾਰ, ਨਿਚੋੜ ਉਹਦੇ ਚੋਂ ਬਣੀ ਹੋਈ ਹੈ, ਤੇ ਇਸ ਲਈ ਇਹ ਸਾਰੇ ਦੇਸ਼ ਵਾਸਤੇ ਹੀ ਹੈ। ਹੁਣ ਇਹ ਬੜੀ ਟ੍ਰਿਕੀ ਗੱਲਾਂ ਹੈਗੀਆਂ। ਇਹ ਤੋਂ ਪਹਿਲਾਂ ਕਿ ਮੈਂ ਇਹਦੇ ਤੇ ਆਵਾਂ ਕਿ ਇਹਦਾ ਮਤਲਬ ਕੀ ਹੈ, ਨਾਲ ਹੀ ਇੱਕ ਉਹਨਾਂ ਨੇ ਜਿਹੜਾ ਦੂਜਾ ਵਿਚਾਰ ਦਿੱਤਾ, ਇਹ ਸਮਝਣ ਵਾਲੀ ਗੱਲ, ਕਿ ਔਰੰਗਜ਼ੇਬ ਦੇ ਵਿਰੁੱਧ, ਉਹਦੇ ਜ਼ੁਲਮ ਦੇ ਵਿਰੁੱਧ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ। ਸੂਬਾ ਸਰਹੰਦ ਆਪਾਂ ਜਾਣਦੇ ਹੀ ਆ, ਜਿਵੇਂ ਛੋਟੇ ਸਾਹਿਬਜ਼ਾਦਿਆਂ ਦਾ, ਜਿਹਦਾ ਜੋ ਵੀਰਪਾਲ ਦਿਵਸ ਜਿਹਨੂੰ ਕਹਿੰਦੇ ਆ, ਉਸ ਦਾ ਤੇ ਇੱਕ ਸਾਰਾ ਜ਼ਿਕਰ ਹੋਣਾ ਕੁਦਰਤੀ ਸੀਗਾ ਕਿ ਕਿਵੇਂ ਜਿੰਦਾ ਉਹਨਾਂ ਨੂੰ ਨੀਹਾਂ 'ਚ ਚਿਣਵਾਇਆ ਗਿਆ। ਇਸ ਦਾ ਮਤਲਬ ਵੀ ਉਹਨਾਂ ਦਾ ਵੀਰਬਾਲ ਦਿਵਸ ਇਸੇ ਤਰੀਕੇ ਨਾਲ ਉਹ ਸਾਹਿਬਜ਼ਾਦਾ ਸ਼ਹਾਦਤ ਦਿਵਸ ਨਹੀਂ ਕਹਿਣਗੇ। ਤੇ ਇੱਕ ਪਾਸੇ ਜਿੱਥੇ ਉਹ ਇਸ ਨੂੰ ਨੈਸ਼ਨਲ ਇੰਟੀਗ੍ਰੇਸ਼ਨ ਦਾ ਕਹਿੰਦੇ ਆ, ਦੂਜੇ ਪਾਸੇ ਮੁਸਲਿਮ ਜ਼ਾਲਮ ਜਿਹੜੇ ਸੀਗੇ ਭਲੇ ਉਹ ਵਜ਼ੀਰ ਖਾਨ ਹੋਏ ਸੂਬਾ ਸਰਹੰਦ ਵਾਲੇ, ਜਾਂ ਉਹ ਉੱਥੇ ਵਾਲੇ ਔਰੰਗਜ਼ੇਬ ਜੀ ਹੁਣ ਦਿੱਲੀ ਤੇ ਬੈਠੇ ਹੋਏ, ਵੀ ਉਹਨਾਂ ਦੇ ਉਹੀ ਉਹਨਾਂ ਦੇ ਕਾਰਨ ਬਣੇ, ਇਸ ਐਡੇ ਵੱਡੀ ਸ਼ਹਾਦਤ ਦੇ ਕਾਰਨ ਬਣੇ ਉਹ ਜ਼ਾਲਮ ਸੀ। ਹੁਣ ਇਹ ਵੀ ਉਹਨਾਂ ਨੂੰ ਬਹੁਤ ਸੋਹਣਾ ਸੂਟ ਕਰਦਾ, ਕਿਉਂਕਿ ਮੁਸਲਿਮ ਘੱਟ ਗਿਣਤੀ ਜਿਹੜੀ ਆ ਉਹ ਹੀ ਹਮੇਸ਼ਾ ਉਹਨਾਂ ਦੇ ਟਾਰਗੇਟ ਤੇ ਹੁੰਦੀ ਹੈ। ਇਹ ਸਾਰੀਆਂ ਗੱਲਾਂ ਨੂੰ ਜੇ ਜੋੜ ਕੇ ਤੁਸੀਂ ਦੇਖੋਗੇ ਤਾਂ ਇੱਕ ਪਾਸੇ ਇੱਕ ਘੱਟ ਗਿਣਤੀ ਨੂੰ ਥੋੜਾ ਉਤਸ਼ਾਹਿਤ ਕੀਤਾ ਜਾ ਰਿਹਾ, ਉਸ ਦੀ ਥੋੜੀ ਇਸ ਕਿਸਮ ਦਾ ਉਸ ਨੂੰ ਕਿਹਾ ਜਾ ਰਿਹਾ ਕਿ ਉਹ ਸਾਡੇ ਮਾਣ ਵਾਲੀ ਗੱਲ ਆ, ਉਹ ਸਾਡਾ ਵਿਰਸਾ ਆ, ਅਸੀਂ ਭੁੱਲੇ ਰਹੇ, ਉੱਥੋਂ ਸਿੱਖਣ ਦੀ ਲੋੜ ਆ, ਸਾਰੇ ਨੌਜਵਾਨਾਂ ਨੂੰ ਇੱਥੋਂ ਪ੍ਰੇਰਨਾ ਲੈਣ ਦੀ ਲੋੜ ਆ, ਇਸ ਕਿਸਮ ਦੀਆਂ ਗੱਲਾਂ।
ਤੇ ਦੂਜੇ ਪਾਸੇ ਜਿਹੜੀ ਦੂਜੀ ਘੱਟ ਗਿਣਤੀ ਹੈ ਮੁਸਲਮਾਨ, ਉਹਨਾਂ ਨੂੰ ਕਟਹਿਰੇ 'ਚ ਵੀ ਨਾਲੋਂ ਨਾਲ ਇਨਡਾਇਰੈਕਟਲੀ, ਸਿੱਧਾ ਸਿੱਧਾ ਤਾਂ ਨਹੀਂ ਅੱਜ ਉਹਨਾਂ ਨੇ ਕੀਤਾ, ਬਹੁਤ ਚੰਗਾ ਕੀਤਾ, ਇਨਡਾਇਰੈਕਟਲੀ ਖੜਾ ਵੀ ਕੀਤਾ। ਹੁਣ ਸਿੱਖਾਂ ਦਾ ਧਰਮ ਸੰਕਟ ਇਹਦੇ 'ਚ ਕੀ ਹੈਗਾ? ਕੀ ਉਹ ਪ੍ਰਧਾਨ ਮੰਤਰੀ ਦੀ ਮਹਿਮਾ ਕਰਨ, ਜਾਂ ਪ੍ਰਧਾਨ ਮੰਤਰੀ ਦੀ ਜਿਸ ਤਰੀਕੇ ਨਾਲ ਮੈਂ ਗੱਲ ਪੇਸ਼ ਕਰ ਰਿਹਾ ਉਸ ਤਰ੍ਹਾਂ ਕਹਿਣ ਵੀ ਨਾ ਇਹ ਤੇ ਕੋਈ ਸਾਜ਼ਿਸ਼ ਆ? ਹੁਣ ਕੁਛ ਧੜੇ ਤੇ ਨਾਲ ਹੀ ਖੜੇ ਆ ਸਟੇਜ ਤੇ ਸਿੱਖਾਂ ਦੇ, ਉਹਦੇ 'ਚ ਮਨਜਿੰਦਰ ਸਰਸਾ ਹੁਣੀ ਤੇ ਆਰਗੇਨਾਈਜ਼ਰ ਆ, ਬਾਕੀ ਤੇ ਗੱਲਾਂ ਛੱਡੋ। ਬਾਕੀ ਵੀ ਹੈ ਕੁਛ ਜਿਹੜੇ ਬੀਜੇਪੀ ਦੇ ਆਪਣੇ ਬੰਦੇ ਆ, ਮਿਨਿਸਟਰ ਸਾਹਿਬਾਨ ਆ, ਕੁਝ ਮਿਨੋਰਟੀ ਕਮਿਸ਼ਨ ਦੇ ਚੇਅਰਮੈਨ ਆ, ਇਕਬਾਲ ਸਿੰਘ ਲਾਲਪੁਰਾ, ਉਹ ਵੀ ਉੱਥੇ ਹੈਗੇ, ਉਹ ਉਹਨਾਂ ਦੇ ਪਾਰਟੀ ਦੇ ਨਾਲ ਹੀ ਹੈ। ਪਰ ਕੁਝ ਵੈਸੇ ਵੀ ਜਿਹੜੇ ਪਾਰਟੀ ਦੇ ਅੰਦਰ ਵੀ ਨਹੀਂ ਹੈ ਉਹ ਵੀ ਉੱਥੇ, ਜਿਸ ਤਰ੍ਹਾਂ ਹੁਣ ਆਪਣੇ ਪ੍ਰਧਾਨ ਚੀਫ ਮਿਨਿਸਟਰ ਭਗਵੰਤ ਮਾਨ ਜੀ ਵੀ ਉੱਥੇ, ਉਹ ਤੇ ਉਹਨਾਂ ਦੀ ਪਾਰਟੀ 'ਚ ਨਹੀਂ ਹੈ, ਪਰ ਉੱਥੇ ਇਸ ਸੰਮੇਲਨ 'ਚ ਉਹਨਾਂ ਨੂੰ ਨਿਯੁਕਤਾ ਮਿਲਿਆ ਵੀ ਹੋਊਗਾ ਤੇ ਉਹਨਾਂ ਨੇ ਆਪਣੇ ਨਤਮਸਤਕ ਵੀ ਹੋਏ, ਆਪਣੀ ਗੱਲਬਾਤ ਵੀ ਉੱਥੇ ਪ੍ਰਧਾਨ ਮੰਤਰੀ ਦੀ ਤਰਜ਼ ਤੇ ਕਹੀ। ਹੁਣ ਜਿਹੜੀ ਐਸਜੀਪੀਸੀ ਹੈ ਇਸ ਹਾਲਾਤ 'ਚ ਉਹ ਕੀ ਸਟੈਂਡ ਲੈਣ? ਤਾਂ ਐਸਜੀਪੀਸੀ ਜਿਹੜੀ ਆ ਉਹਨਾਂ ਨੇ ਕਿਹਾ ਕਿ ਦੇਖੋ ਬਾਕੀ ਤੇ ਠੀਕ ਆ, ਪਰ ਇਹ ਜਿਹੜਾ ਨਾਂ ਲੈਣਾ ਇਹ ਗਲਤ ਆ। ਜਿਹੜਾ ਵੀਰ ਬਾਲ ਦਿਵਸ ਕਹਿਣਾ ਤੇ ਇਹਦੇ ਨਾਂ ਨੂੰ ਇਹ ਨਹੀਂ ਕਹਿਣਾ, ਸਾਡੇ ਲਈ ਤੇ ਉਹ ਬਾਬੇ ਹੈਗੇ ਆ, ਉਮਰ ਛੋਟੀ ਆ ਪਰ ਸਾਡੇ ਲਈ ਉਹ ਪ੍ਰੇਰਨਾ ਸਰੋਤ ਹੈਗੇ, ਸਾਡੇ ਕੁਰਬਾਨੀ ਦੇ ਪੁੰਜ ਹੈ। ਇਸ ਲਈ ਅਸੀਂ ਤੇ ਉਹਨਾਂ ਨੂੰ ਬਹੁਤ ਉੱਚੀ ਜਗ੍ਹਾ, ਸੁੱਚੀ ਜਗ੍ਹਾ ਦਿੰਦੇ ਆ। ਅਸੀਂ ਬਾਲ ਨਹੀਂ ਮੰਨਦੇ, ਅਸੀਂ ਬਾਬੇ ਹੀ ਮੰਨਦੇ, ਬਹੁਤ ਵੱਡਾ ਮੰਨਦੇ। ਤੇ ਦੂਸਰੀ ਗੱਲ ਉਹਨਾਂ ਨੇ ਕਿਹਾ ਕਿ ਅਸੀਂ ਉਸ ਨੂੰ, ਕਿਉਂਕਿ ਉਹ ਸ਼ਹਾਦਤ ਕਰਕੇ ਜਾਣੇ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਸਾਹਿਬਜ਼ਾਦੇ ਕਹਿੰਦੇ ਆ, ਬਾਬਾ 10ਵੇਂ ਪਾਤਸ਼ਾਹ ਦੇ, ਇਸ ਲਈ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਦੇ ਤੌਰ ਤੇ ਦੱਸਿਆ ਜਾਏ, ਜਿਹਦੇ ਨਾਲ ਸਾਡੀ ਕੁਰਬਾਨੀ ਵੀ ਰਜਿਸਟਰ ਹੁੰਦੀ ਹੈ, ਸਿੱਖੀ ਵੀ ਰਜਿਸਟਰ ਹੁੰਦੀ ਹੈ, ਤੇ ਇੱਕ ਅਲੱਗ ਵਿਲੱਖਣ ਜਗ੍ਹਾ ਵੀ ਆਉਂਦੀ ਹੈ, ਮਿਲਦੀ ਹੈਗੀ ਹੈ। ਤਾਂ ਇਹ ਗੱਲ ਹੁਣ ਇੱਕ ਨਾਲ ਇਹ ਕਹਿ ਦੇਣਾ ਐਸਜੀਪੀਸੀ ਵੱਲੋਂ ਕਿ ਇਹਦੇ ਪਿੱਛੇ ਸਾਜ਼ਿਸ਼ ਹੈ, ਇਸ ਕਰਕੇ ਇੰਜ ਕੀਤਾ ਜਾ ਰਿਹਾ। ਮੈਨੂੰ ਲੱਗਦਾ ਚਲੋ ਜੇ ਸਾਜ਼ਿਸ਼ ਨਾ ਵੀ ਹੋਏ, ਹੁਣੇ ਕੇਰ ਸਿੰਘ ਹੁਣੀ ਪ੍ਰੋਫੈਸਰ ਸਾਹਿਬ ਵੀ ਇੱਕ ਚੈਨਲ ਤੇ ਗੱਲਾਂ ਬਾਤਾਂ ਕਰ ਰਹੇ ਸੀ ਕਿ ਇਹ ਸਾਜ਼ਿਸ਼ ਨਾ ਵੀ ਹੋਵੇ, ਪਰ ਬੀਜੇਪੀ ਦੀ, ਆਰਐਸਐਸ ਦੀ ਵਿਚਾਰਧਾਰਾ ਬਾਰੇ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਉਹ ਤੇ ਕੋਈ ਲੁਕੀ ਛਿਪੀ ਨਹੀਂ ਹੈ। ਬੰਚ ਆਫ ਥਾਟ ਜੋ ਹੈਡਗੇਵਰ ਨੇ ਲਿਖਿਆ ਹੋਇਆ ਉਹਦੇ ਵਿੱਚ ਉਹ ਸਾਫ਼ ਕਹਿੰਦੇ ਕਿ 3 ਸਾਡੇ ਮੁੱਖ ਦੁਸ਼ਮਣ ਹੈ, ਇਸਲਾਮ ਨੰਬਰ 1, ਕ੍ਰਿਸਚੀਅਨਟੀ ਈਸਾਈ ਜਿਹੜੇ ਨੰਬਰ 2 ਤੇ ਕਮਿਊਨਿਸਟ ਨੰਬਰ 3। ਬਾਕੀ ਦਿਆਂ ਨੂੰ ਕਹਿੰਦੇ ਉਹ ਸਾਡੇ ਹੀ ਹੈ, ਉਹ ਸਾਡੇ ਘਰ ਦੇ ਹੀ ਹੈ, ਸਿੱਖ ਵੀ, ਜੈਨ ਵੀ, ਬੁੱਧ ਵੀ, ਜਿਹੜੇ ਵੀ ਇੱਥੋਂ ਪੈਦਾ ਹੋਏ ਆਪਣੀ ਧਰਤੀ ਤੋਂ, ਉਹ ਠੀਕ ਹੈ ਕਿਸੇ ਵੇਲੇ ਪੈਦਾ ਹੋਏ, ਅਲੱਗ-ਅਲੱਗ ਵਿਚਾਰ, ਧਰਮ, ਉਹਨਾਂ ਨੇ ਅਧਿਆਤਮਕ ਰਸਤੇ ਅਲੱਗ-ਅਲੱਗ ਲੈ ਲਏ, ਪਰ ਉਹ ਸਾਡੇ ਹਿੰਦੂਆਂ ਦੇ ਹੀ ਵਰਜ਼ਨ ਹੈਗੇ, ਅਲੱਗ-ਅਲੱਗ, ਸਾਡਾ ਹਿੱਸਾ। ਹੁਣ ਜਿਹੜੀ ਇਹਨਾਂ ਨੂੰ ਚਿੰਤਾ ਆ ਕਿ ਦੇਖੋ ਇੱਕ ਗੱਲੋਂ ਤੇ ਬਹੁਤ ਸਾਰੇ ਜਿਸ ਤਰ੍ਹਾਂ ਖੁਸ਼ ਆ, ਚੰਦੂ ਮਾਜਰਾ ਜੀ ਵੀ, ਉਹਨਾਂ ਨੇ ਵਧਾਈ ਦਿੱਤੀ ਆ ਪ੍ਰਧਾਨ ਮੰਤਰੀ ਨੂੰ, ਅਸੀਂ ਵੀ ਇਸ ਗੱਲ ਨੂੰ ਚੰਗਾ ਹੀ ਕਿਹਾ, ਹੋਰ ਸਾਰਿਆਂ ਨੇ ਚੰਗਾ ਹੀ ਕਿਹਾ, ਕੋਈ ਮਾੜਾ ਤੇ ਹੈ ਹੀ ਨਹੀਂ, ਚੰਗਾ ਹੈ। ਜੋ ਤੁਹਾਡੇ ਆਬਜੈਕਸ਼ਨ ਹੈ ਉਹ ਇੱਕ ਤੇ ਉਹਦੇ ਨੋਮਨਕਲੇਚਰ ਦੇ ਨਾਮਕਰਨ ਦੇ ਆ, ਦੂਸਰਾ ਹੁਣ ਇਹ ਗੱਲ ਦਾ ਕੀ ਪ੍ਰੂਫ ਹੈ ਕਿ ਸਾਜ਼ਿਸ਼ ਆ ਕਿ ਸੱਚੇ ਦਿਲੋਂ ਹੈ। ਪਰ ਇਹਦੇ ਚ ਹੁਣ ਦਿੱਕਤ ਕੀ ਹੈ ਸਾਰੀ, ਜਿਹੜੀ ਡਰ ਖਾ ਰਿਹਾ ਸ਼ਹੀਦ ਭਗਤ ਸਿੰਘ ਹੈ, ਉਹਨਾਂ ਬਾਰੇ ਉਹਨਾਂ ਨੇ, ਮੈਂ ਲਿਖਿਆ ਹੋਇਆ ਉਹਨਾਂ ਨੇ ਕਿ ਵਾਈ ਆਈ ਐਮ ਐਥੀਸਟ, ਕਿ ਮੈਂ ਤੇ ਐਥੀਸਟ ਹੈਗਾ, ਮੈਂ ਤੇ ਕੋਈ ਉਸ ਕਿਸਮ ਦਾ ਕਿਸੇ ਵੀ ਉਸ ਧਰਮਾਂ ਦੇ ਪਿੱਛੇ ਜਾਣ ਵਾਲਾ ਨਹੀਂ, ਮੈਂ ਤੇ ਇੱਕ ਕਿਸਮ ਦਾ ਇਨਕਲਾਬੀ ਹੈਗਾ, ਤੁਸੀਂ ਰੈਡੀਕਲ ਇਨਕਲਾਬੀ ਕਹਿ ਲਓ, ਜਿਹੜੇ ਨੌਜਵਾਨ ਆ ਉਹ ਉਸ ਕਿਸਮ ਦੇ। ਪਰ ਕਿਉਂਕਿ ਉਹ ਸਾਡੀ ਧਰਤੀ ਦੇ ਆ, ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਦਿੱਤੀ, ਕਿਉਂਕਿ ਬੀਜੇਪੀ ਤੇ ਆਰਐਸਐਸ ਨੇ ਤੇ ਕੋਈ ਏਡੀ ਵੱਡੀ ਕੁਰਬਾਨੀ ਦਿੱਤੀ ਨਹੀਂ, ਫਿਰ ਜਿਨ੍ਹਾਂ ਨੇ ਦਿੱਤੀ ਆ ਉਹਨਾਂ ਤੇ ਮੋਹਰ ਲਾ ਦਿਓ। ਉਹ ਏਬੀਵੀਪੀ ਵਾਲੇ ਵੀ ਹਰ ਵਾਰੀ ਮੇਰਾ ਰੰਗ ਦੇ ਬਸੰਤੀ ਚੋਲਾ ਕਹਿ ਕੇ ਤੇ ਉਸ ਪਾਸੇ ਨੂੰ ਉਹਨਾਂ ਦਾ ਮਨਾਉਂਦੇ ਹੈ, ਸ਼ਹੀਦੀ ਦਿਵਸ ਵੀ ਮਨਾਉਂਦੇ ਆ, ਸ਼ਾਇਦ ਜਨਮ ਦਿਨ ਵੀ ਮਨਾਉਂਦੇ ਹੋਣ, ਪਰ ਘੱਟੋ ਘੱਟ ਸ਼ਹੀਦੀ ਦਿਵਸ ਤੇ ਮੈਂ ਮਨਾਉਂਦੇ ਦੇਖੇ। ਜਾਣੀ ਬਹੁਤ ਸੋਹਣੀ ਗੱਲ ਇੱਕ ਕੇਰ ਸਿੰਘ ਨੇ ਹੋਰ ਕਹੀ ਕਿ 40 ਸਾਲ ਪਹਿਲਾਂ ਇੱਕ ਆਰਐਸਐਸ ਦਾ ਸੰਮੇਲਨ ਹੋਇਆ ਸੀ ਪਟਿਆਲੇ, ਉਹਦੇ ਵਿੱਚ ਉਹ ਵੈਸੇ ਵੀ ਉਹਨਾਂ ਨੇ ਜਿਹੜੀ ਐਗਜ਼ੀਬਿਸ਼ਨ ਲਾਈ ਉਹ 'ਚ ਗੁਰੂ ਗੋਬਿੰਦ ਸਿੰਘ ਜੀ,
ਨੌਵੇਂ ਪਾਤਸ਼ਾਹ ਉਹਨਾਂ ਦੇ ਇਹ ਬੱਚੇ, ਉਹ ਸਾਰਿਆਂ ਦੀਆਂ ਫੋਟੋਆਂ ਉਸ ਐਗਜ਼ੀਬਿਸ਼ਨ ਚ ਲਾਈਆਂ ਹੋਈਆਂ ਸੀ। ਗੱਲ ਸਮਝੇ? ਇਹ ਅੱਜ ਦੀ ਗੱਲ ਨਹੀਂ ਹੈ। ਉਹ ਸਿੱਖੀ ਨੂੰ ਜਿਹੜਾ ਹਿੰਦੂ ਰਾਸ਼ਟਰ ਹੈ ਉਹਦਾ ਪਾਰਟ ਐਂਡ ਪਾਰਸਲ ਹੀ ਸਮਝਦੇ ਆ। ਹੁਣ ਖਤਰਾ ਇਹਦੇ ਚ ਇਹ ਗੱਲ ਹੈ, ਜਿਹੜੀ ਐਸਜੀਪੀਸੀ ਨੂੰ ਵੀ ਲੱਗਦਾ ਤੇ ਸ਼ਾਇਦ ਅਕਾਲੀ ਦਲ ਨੂੰ ਵੀ ਲੱਗਦਾ ਹੋਏ, ਇਕੱਲਾ ਨਾਮ ਬਦਲਣ ਦੀ ਗੱਲ ਨਹੀਂ ਹੈ, ਕਿ ਜੇ ਉਹਨਾਂ ਨੇ ਉਹੋ ਹੀ ਬੀੜਾ ਜੋ ਸਿੱਖ ਕਹਿ ਰਹੇ ਆ ਫਤਿਹਗੜ੍ਹ ਸਾਹਿਬ ਜਾਂ ਹੋਰ ਸਾਰੇ ਜਿਹੜਾ ਜੋੜ ਮੇਲ ਹੁੰਦਾ ਆ, ਹੁਣ ਹੋ ਰਿਹਾ, ਸਭਾ ਚੱਲ ਰਹੀ ਹੈ ਤੇ ਵੱਡੀ ਗਿਣਤੀ ਚ ਉੱਥੇ ਲੋਕ ਪਹੁੰਚ ਰਹੇ ਆ ਉਸ ਸੋਗ ਸਭਾ ਦੇ ਵਿੱਚ ਸ਼ਾਮਲ ਹੋਣ ਲਈ, ਤਾਂ ਇਹ ਜਿਹੜੇ ਇਹਨਾਂ ਦਾ ਕਹਿਣਾ, ਇਹਨਾਂ ਦਾ ਸੁਨੇਹਾ ਲੈਣਾ ਉਹਦੇ ਤੋਂ ਜਾਂ ਪ੍ਰੇਰਨਾ ਲੈਣੀ, ਤੇ ਇੱਕ ਪ੍ਰਧਾਨ ਮੰਤਰੀ ਜਾਂ ਇੱਕ ਮੈਜੋਰਿਟੀ ਕਮਿਊਨਿਟੀ ਦੇ ਜਿਹੜੇ ਨੁਮਾਇੰਦੇ ਆਪਣੇ ਆਪ ਨੂੰ ਕਹਿੰਦੇ, ਜਾਂ ਉਸ ਪਾਰਟੀ ਵੱਲੋਂ ਉਸੇ ਹੀ ਮੁੱਦੇ ਨੂੰ ਪ੍ਰਚਾਰਨਾ, ਉਸ ਨੂੰ ਦੂਰ ਤੱਕ ਪਹੁੰਚਾਉਣਾ, ਸਾਰੇ ਦੇਸ਼ ਦੇ ਵਿੱਚ ਇੱਕ ਦਿਵਸ ਦੇ ਤੌਰ ਤੇ ਮੰਨਣਾ, ਉਹਦੇ ਦੋ ਅਲੱਗ-ਅਲੱਗ ਅਰਥ ਹੋਣਗੇ। ਇੱਕ ਤੇ ਉਹ ਕਹਿਣਗੇ ਇਹ ਸਾਡੇ ਸ਼ਹੀਦ, ਆਪਣੇ ਸ਼ਹੀਦ ਹੈ, ਸਾਡੇ ਬੱਚੇ, ਸਾਡਾ ਵਿਰਸਾ, ਕਿਉਂਕਿ ਆਪਣਾ ਤੇ ਕੋਈ ਵਿਰਸਾ ਹੋਰ ਹੈ ਹੀ ਨਹੀਂ। ਥੋੜਾ ਇਹਦੇ ਤੇ ਮੋਹਰ ਲਾ ਦਿਓ, ਥੋੜੀ ਉਹਦੇ ਤੇ ਲਾ ਦਿਓ, ਥੋੜੀ ਇਹਦੇ ਤੇ ਲਾ ਦਿਓ, ਤੇ ਆਪਣਾ ਵਿਰਸਾ ਇਹ ਸਾਰਿਆਂ ਦਾ ਸਾਂਝਾ ਵਿਰਸਾ ਬਣ ਗਿਆ। ਮੈਨੂੰ ਇਹਦੇ ਤੇ ਵੀ ਓਡਾ ਆਬਜੈਕਸ਼ਨ ਨਹੀਂ ਹੈ। ਅਸੀਂ ਭਾਰਤੀ ਹਾਂ, ਭਾਰਤ ਦੇ ਨਾਲ ਹੀ ਹਾਂ। ਜੇ ਸਾਡੇ ਗੁਰੂ ਨਾਨਕ ਦੇਵ ਜੀ ਨੂੰ, ਸਾਡੇ ਗੁਰੂ ਗੋਬਿੰਦ ਸਿੰਘ ਜੀ ਨੂੰ, ਉਹਨਾਂ ਨੂੰ ਤੇ ਕੋਈ ਬਰਾਦਰੀ ਦਾ, ਧਰਮ ਦਾ, ਦੇਸ਼ਾਂ ਦਾ ਇਸ ਤਰ੍ਹਾਂ ਦਾ ਤੇ ਕੁਛ ਨਹੀਂ ਹੈਗਾ, ਨਾ ਜਾਤ ਦਾ। ਉਹ ਤੇ ਚਾਹੁੰਦੇ ਆ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ। ਫਿਰ ਸਾਡੇ ਲਈ ਹਿੰਦੂ ਕੋਈ ਦੁਸ਼ਮਣ ਨਹੀਂ ਹੈਗੇ, ਸਾਡੇ ਲਈ ਕ੍ਰਿਸਚੀਅਨ ਮੁਸਲਮਾਨ ਤੇ ਬਿਲਕੁਲ ਹੀ ਨਹੀਂ ਹੈ। ਪਰ ਜਿਹੜੇ ਜਿਨ੍ਹਾਂ ਨੇ ਬੀੜਾ ਚੁੱਕਿਆ ਉਹਨਾਂ ਲਈ ਕੁਝ ਦੁਸ਼ਮਣ ਆ, ਕੁਝ ਆਪਣੇ। ਇਹ ਦਿੱਕਤ ਦਾ ਮਾਮਲਾ ਜਿਹੜਾ ਇੱਕ ਵੱਡਾ ਹੈਗਾ, ਕਿ ਇੱਕ ਫਲਸਫਾ ਜਿਹੜਾ ਸਾਰਿਆਂ ਨੂੰ ਜੋੜਦਾ, ਸਾਰੀ ਦੁਨੀਆ ਦੀਆਂ ਅਲੱਗ-ਅਲੱਗ ਜਾਤਾਂ, ਪਾਤਾਂ, ਧਰਮਾਂ, ਰੇਸਿਸ, ਜਿਹੜੀਆਂ ਉਹਨਾਂ ਦੀਆਂ ਕੌਮੀਅਤਾਂ ਨੂੰ, ਉਹਨਾਂ ਨੂੰ ਇੱਕ ਨਵੀਂ ਸੋਚ ਵਿੱਚ ਚਲਾ ਕੇ ਇੱਕ ਪਿਆਰ ਦਾ ਰਸਤਾ ਦਿਖਾਉਂਦਾ, ਤੇ ਇੱਕ ਬਰਾਬਰਤਾ ਦਾ ਰਸਤਾ ਸਿਖਾਉਂਦਾ, ਇੱਕ ਇਨਸਾਫ ਦਾ ਰਸਤਾ ਸਿਖਾਉਂਦਾ। ਇਹ ਜਿਹੜਾ ਇੱਕ ਸੋਚ ਹੈਗੀ, ਜਾਂ ਇੱਕ ਬਰਾਦਰੀ ਸਾਡੀ ਇੱਥੇ ਕਿੱਲਾ ਗੱਡ ਕੇ ਬੈਠੀ ਹੋਈ ਹੈ, ਉਹ ਉਹਨਾਂ ਹੱਥ ਲੱਗੇ ਜਿੱਥੇ ਲੋਕਾਂ ਨੂੰ ਨਫ਼ਰਤ ਸਿਖਾਈ ਜਾਂਦੀ ਹੈ, ਧਰਮ ਦੇ ਨਾਂ ਤੇ ਵੀ, ਤੇ ਜਾਤੀਗਤ ਤੇ ਬਹੁਤ ਹੀ ਜ਼ਿਆਦਾ ਹੈ। ਅਜੇ ਵੀ ਇੰਨਾ ਕਿ ਉਹ ਜਾ ਕੇ ਪੂਜਾ ਵੀ ਨਹੀਂ ਕਰ ਸਕਦੇ ਕਈ ਜਗ੍ਹਾ ਤੇ। ਕਈ ਮੰਦਿਰਾਂ 'ਚ ਔਰਤਾਂ ਨਹੀਂ ਜਾ ਸਕਦੀਆਂ, ਕਈ ਮੰਦਿਰਾਂ 'ਚ ਦਲਿਤ ਨਹੀਂ ਜਾ ਸਕਦੇ, ਦਲਿਤ ਕਦੀ ਪ੍ਰੀਸਟ ਨਹੀਂ ਬਣ ਸਕਦੇ, ਉਹ ਪੰਡਿਤ ਹੀ ਕਰਨਗੇ। ਕਿਉਂ? ਰੱਬੋਂ ਲਿਖਾ ਕੇ ਆਏ ਆ, ਦਲਿਤ ਬੰਦੇ ਨਹੀਂ ਹੈਗੇ। ਫਿਰ ਇਹ ਕਿਹੋ ਜਿਹਾ ਧਰਮ ਆ, ਇਹ ਕਿਹੋ ਜਿਹੀ ਪ੍ਰਥਾ ਹੈਗੀ? ਤੇ ਜੇ ਉਹਦੇ ਪੈਰੋਕਾਰ ਇਸ ਫਲਸਫੇ ਨੂੰ, ਜਿਹੜਾ ਬਿਲਕੁਲ ਹੀ ਉਹਨਾਂ ਦੇ ਵਿਰੁੱਧ ਖੜਾ, ਵਿਪਰੀਤ ਖੜਾ, ਤੇ ਉਹਦਾ ਕੀਰਤਨ ਕਰਨ ਲੱਗ ਜਾਣਗੇ, ਤਾਂ ਫਿਰ ਖਤਰਾ ਤੇ ਹੈ। ਹੁਣ ਸਾਡੀ ਦੁਬਿਧਾ ਇਹ ਹੈ ਕਿ ਇੱਕ ਪਾਸੇ ਨੈਸ਼ਨਲ ਚੈਨਲ ਦੇ ਉੱਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ, ਐਸੇ ਕੰਪੀਟੀਸ਼ਨ। ਖੁਦ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਨਾਰਥ ਈਸਟ ਤੋਂ ਲੈ ਕੇ ਨਾਰਥ ਵੈਸਟ ਤੱਕ ਐਸੇ ਲਿਖਾਏ ਗਏ, ਕੇਰਲਾ ਤੋਂ ਲੈ ਕੇ ਜਿੱਥੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਕੌਣ ਇੰਨੇ ਲਾਸਾਨੀ ਕੁਰਬਾਨੀ ਵਾਲੇ ਬੱਚੇ ਸੀਗੇ, 9 ਸਾਲ ਤੇ 7 ਸਾਲ ਦੇ, ਜਿਹੜੇ ਜਿੰਦਾ ਨੀਹਾਂ 'ਚ ਚਿਣ ਦਿੱਤੇ ਗਏ, ਪਰ ਉਹਨਾਂ ਨੇ ਇਸਲਾਮ ਨੂੰ ਨਹੀਂ ਕਬੂਲਿਆ, ਆਪਣੇ ਧਰਮ ਨੂੰ, ਆਪਣੇ ਸੱਚਾਈ ਦੇ ਰਸਤੇ ਨੂੰ ਨਹੀਂ ਛੱਡਿਆ। ਤਾਂ ਉਸ ਗੱਲ ਦੀ ਉਹ ਜਿਹੜੀ ਵੰਗਾਰ, ਇੱਕ ਇੰਨੇ ਬੱਚਿਆਂ ਦੀ ਵੰਗਾਰ ਨੇ ਵੀ ਡਰਾ ਦਿੱਤਾ, ਉਹਨਾਂ ਦੇ ਦਿਲ ਵਿੱਚ ਦਹਿਸ਼ਤ ਪੈਦਾ ਕਰਤੀ ਉਦੋਂ ਦੇ ਹਾਕਮਾਂ ਨੇ। ਹੁਣ ਇਸ ਪਾਸੇ ਇੱਕ ਤੇ ਇਹ ਸੋਚ ਆ ਸਾਰੀ ਜਿਹੜੀ ਜੋੜਦੀ, ਮੇਰੀ ਗੱਲ ਸਮਝੇ, ਧਰਮਾਂ ਦੇ ਅਗੇਂਸਟ, ਜਾਤੀਗਤ ਦੇ ਧਰਮਾਂ ਦੇ ਅਗੇਂਸਟ ਨਹੀਂ, ਧਰਮਾਂ ਨੂੰ ਜੋੜਦੀ, ਉਹਨਾਂ ਦੀ ਰਿਸਪੈਕਟ ਕਰਦੀ ਹੈ। ਔਰ ਦੂਸਰਾ ਜਾਤੀਗਤ ਸੁਸਾਇਟੀ ਦੀਆਂ ਵੰਡੀਆਂ ਦੇ ਔਰ ਔਰਤ ਨੂੰ ਨੀਵਾਂ ਦਿਖਾਉਣ ਦੇ ਸਖਤ ਵਿਰੁੱਧ ਹੈਗੀ ਆ। ਪਰ ਇਹ ਜੇ ਉਹ ਬੰਦੇ ਪ੍ਰਚਾਰਨਗੇ ਸਾਰੀ ਜਗ੍ਹਾ, ਤਾਂ ਉਹ ਉਸ ਨੂੰ, ਉਸ ਤੇ ਮਲੰਮਾ ਆਪਣੀ ਕਿਸਮ ਦਾ ਲਾਉਣਗੇ, ਉਹਨੂੰ ਤੜਕਾ ਆਪਣੀ ਗੱਲ ਦਾ ਲਾਉਣਗੇ ਵੀ ਇਹ ਦੇਸ਼ ਭਗਤ ਹੈ ਸਾਡੇ, ਇਹ ਤਾਂ ਸਭ ਤੋਂ ਵੱਡੇ ਕੌਮੀ ਸਾਡੇ ਭਗਤ ਹੈਗੇ। ਕੌਮ ਤੇ ਨਿਸ਼ਾਵਰ ਹੋਣ ਲਈ ਗੁਰੂ ਤੇਗ ਬਹਾਦਰ ਜੀ ਦਾ ਖਾਸ ਐਗਜ਼ਾਮਪਲ ਦਿੱਤੀ ਜਾਂਦੀ ਹੈ ਸਾਰਿਆਂ ਵੱਲੋਂ। ਉਹਨਾਂ ਨੂੰ ਇਹ ਕਹਿੰਦਾ ਕਿ ਹਿੰਦੂਆਂ ਦੀ ਰੱਖਿਆ ਲਈ ਗਏ, ਹਾਲਾਂਕਿ ਉਹ ਇਨਸਾਫ ਲਈ ਗਏ। ਹਿੰਦੂ ਹੁੰਦਾ ਜਾਂ ਮੁਸਲਮਾਨ ਹੁੰਦਾ, ਜੇ ਮੁਸਲਮਾਨਾਂ ਨਾਲ ਧੱਕਾ ਹੁੰਦਾ ਤਾਂ ਉਹਨਾਂ ਦੇ ਵੀ ਹੱਕ 'ਚ ਉਹ ਇਸੇ ਤਰ੍ਹਾਂ ਸੀਸ ਦੇ ਸਕਦੇ ਸੀ। ਉਹ ਹਿੰਦੂ ਮੁਸਲਮਾਨ, ਉੱਥੇ ਕੁਛ ਨਹੀਂ ਹੈ, ਇਨਸਾਫ ਹੈ। ਜ਼ੁਲਮ ਕੋਈ ਵੀ ਕਰਦਾ ਹੋਏ ਉਹਦੇ ਉਹ ਵਿਰੁੱਧ ਹੈਗੇ। ਪਰ ਇੱਥੇ
ਇਸ ਤਰੀਕੇ ਨਾਲ ਨਹੀਂ ਹੈ। ਹਿੰਦੂ ਕੁਛ ਵੀ ਕਰਨ ਉਹ ਠੀਕ ਹੈਗੇ, ਤੇ ਮੁਸਲਮਾਨ ਕਿੰਨਾ ਵੀ ਚੰਗਾ ਕੰਮ, ਕਿੰਨੀ ਵੀ ਕੁਰਬਾਨੀ ਕੀ, ਉਹਨਾਂ ਨੇ ਦੇਸ਼ ਦੀ ਆਜ਼ਾਦੀ 'ਚ ਕੁਰਬਾਨੀ ਨਹੀਂ ਕੀਤੀ, ਫਿਰ ਉਹ ਇੰਨੇ ਮਾੜੇ ਕਿਉਂ? ਫਿਰ ਉਹਨਾਂ ਦਾ ਗੁਣ ਗਾਇਨ ਕਿਉਂ ਨਹੀਂ ਕੀਤਾ ਜਾਂਦਾ? ਕਿ ਉਹਨਾਂ ਨੇ ਸਾਰਾ ਦੇਸ਼ ਦੇ ਵਿੱਚ ਮਾੜਾ ਹੀ ਕੀਤਾ? ਰਾਜਿਆਂ ਨੇ ਮਾੜਾ ਕੀਤਾ, ਉਹ ਕੋਈ ਵੀ ਹੁੰਦੇ, ਉਹ ਹਿੰਦੂ ਰਾਜੇ ਹੁੰਦੇ ਜਾਂ ਉਹ ਸਿੱਖ ਰਾਜੇ ਹੁੰਦੇ ਜਾਂ ਕਿਸੇ ਵੀ ਕਿਸਮ ਦੇ ਉਸ ਕਿਸਮ ਦੇ, ਆਪਾਂ ਲੱਭ ਲੈਂਦੇ ਆ ਕਿ ਉਹਨਾਂ ਨੇ ਵਧੀਕੀਆਂ ਵੀ ਕੀਤੀਆਂ। ਇਸ ਲਈ ਆਪਣੇ ਕੋਲ ਮਹਾਰਾਜਾ ਪਟਿਆਲਾ ਜਾਂ ਹੋਰ ਜਾਂ ਸਾਰੇ ਕਿਤੇ ਕਿਤੇ ਸਾਰੇ ਇਹ ਥੋੜੀ ਸੀ ਕਿ ਪਬਲਿਕ ਦੀ ਸੇਵਾ ਕਰ ਰਹੇ ਸੀਗੇ ਮਿਸਲਾਂ। ਉਹਦੇ ਵਿੱਚ ਸਾਰਾ ਜੋ ਹੈ, ਦੇਖੋ ਆਪਾਂ ਉਸ ਤਰੀਕੇ ਨਾਲ ਜੇ ਲਵਾਂਗੇ ਤਾਂ ਇਸ ਦੇ ਅਰਥ ਸੁਖਵਿੰਦਰ ਜੀ ਦੂਸਰੀ ਕਿਸਮ ਦੇ ਨਿਕਲਣਗੇ। ਇਸ ਲਈ ਸਵਾਲ ਇਹ ਹੈ ਕਿ ਜਿਹੜੀ ਸਿੱਖ ਫਲਸਫਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਚੰਗੇ ਬਹੁਤ ਹੀ ਸੁਹਿਰਦ ਲੋਕ ਜਿਹੜੇ ਸੱਚੇ ਮਨ ਤੋਂ ਕੁਦਰਤ ਦੇ ਨਾਲ ਪਿਆਰ ਤੇ ਇਨਸਾਨੀਅਤ ਦੇ ਨਾਲ ਇਨਸਾਫ ਤੇ ਪਿਆਰ ਤੇ ਬਰਾਬਰਤਾ ਦਾ ਸੁਨੇਹਾ ਦਿੰਦੇ ਸੀ, ਉਸ ਨੂੰ ਸ਼ਾਮਿਲ ਕਰਕੇ ਇੱਕ ਫਲਸਫਾ, ਇੱਕ ਮਾਰਗ, ਇੱਕ ਜੀਵਨ ਜਾਚ ਸਾਡੇ ਹੱਥ ਹੈਗੀ। ਤੇ ਜੇ ਇਹੀ ਚੀਜ਼ਾਂ ਜਾਂ ਇਹ ਸਾਡੀਆਂ ਕੁਰਬਾਨੀਆਂ ਉਸ ਰਸਤੇ ਤੇ ਚੱਲ ਕੇ ਉਸ ਫਲਸਫੇ ਨੂੰ ਬਚਾਉਣ ਲਈ, ਉਸ ਸੋਚ ਨੂੰ ਬਚਾਉਣ ਲਈ, ਉਸ ਵਿਚਾਰਧਾਰਾ ਨੂੰ ਬਚਾਉਣ ਲਈ ਇੰਨੀਆਂ ਵੱਡੀਆਂ ਕੁਰਬਾਨੀਆਂ, ਕੋਈ ਹੋਰ ਕਹੀ ਜਾਊਗਾ ਕਿ ਇਹ ਤੇ ਸਮੁੱਚੇ ਦੇਸ਼ ਲਈ ਹੈ। ਦੇਸ਼ ਲਈ ਨਹੀਂ ਹੈ, ਸਮੁੱਚੀ ਇਨਸਾਨੀਅਤ ਲਈ ਹੈ। ਦੇਸ਼ ਕੀ ਹੋਇਆ? ਦੇਸ਼ ਤੇ ਹੈ ਹੀ ਨਹੀਂ। ਉਹ ਤੇ ਗੁਰੂ ਨਾਨਕ ਦੇਵ ਜੀ ਤੇ ਮੱਕੇ ਤੱਕ ਗਏ, ਉਹ ਸਾਡਾ ਦੇਸ਼ 'ਚ ਆ। ਉਹ ਤਾਸ਼ਕੰਦ ਤੱਕ ਵੀ ਕਹਿੰਦੇ ਗਏ, ਜਿੱਥੇ ਵੀ ਗਏ ਉਹਨਾਂ ਲਈ ਕੋਈ ਬਾਉਂਡਰੀ ਨਹੀਂ ਹੈ, ਸਿੱਖੀ ਲਈ ਕੋਈ ਬਾਉਂਡਰੀ ਨਹੀਂ ਹੈਗੀ। ਆਪਣੇ ਜਿਹੜੀਆਂ ਕੋਈ ਸਿੱਖ ਸੰਸਥਾਨ ਦੀਆਂ NGO ਹੈਗੀਆਂ ਆ, ਉਹ ਕਿੱਥੇ ਕਿੱਥੇ ਤੱਕ ਜਾਂਦੇ ਆ, ਸਾਰੀ ਜਗ੍ਹਾ, ਭਾਵੇਂ ਉਹ ਅਫਰੀਕਾ ਦੇ ਵਿੱਚ ਹੋਵੇ, ਭਾਵੇਂ ਉਹ ਯੂਰਪ ਦੇ ਵਿੱਚ ਹੋਵੇ, ਜਿੱਥੇ ਕੋਈ ਤੂਫਾਨ ਆਉਂਦਾ ਜਾਂ ਹੋਰ ਆਉਂਦਾ, ਉੱਥੇ ਜਾ ਕੇ ਉਹ ਸੇਵਾ ਕਰਦੀਆਂ ਹੈ। ਜਾ ਕੇ ਆਪਣੇ ਦੇਸ਼ ਦੇ ਅੰਦਰ ਵੀ ਕਿਤੇ ਵੀ ਹੋਵੇ, ਗੁਜਰਾਤ ਵਿੱਚ ਹੋਵੇ ਜਾਂ ਮਹਾਰਾਸ਼ਟਰ 'ਚ ਹੋਵੇ, ਜਾ ਕੇ ਸੇਵਾ ਕਰਦੀਆਂ। ਖਾਲਸਾ ਏਡ ਜਾਂ ਹੋਰ ਜਿੰਨੀਆਂ ਵੀ ਹੈਗੀਆਂ, ਯੂਨਾਈਟਿਡ ਖਾਲਸਾ, ਇਹ ਸਾਰੇ। ਮੇਰਾ ਕਹਿਣ ਦਾ ਮਤਲਬ ਕਿ ਜੋ ਏਜੰਡਾ ਇਸ ਕੇਂਦਰੀ ਸੰਸਥਾ ਦਾ ਹੈ ਜਾਂ ਪ੍ਰਧਾਨ ਮੰਤਰੀ ਤੇ ਉਹਨਾਂ ਦੀ ਪਾਰਟੀ ਦਾ, ਪ੍ਰਧਾਨ ਮੰਤਰੀ ਦੇ ਤੌਰ ਤੇ ਨਹੀਂ ਮੈਂ ਕਹਿ ਰਿਹਾ, ਨਰਿੰਦਰ ਮੋਦੀ ਜੀ ਤੇ ਉਹਨਾਂ ਦੀ ਪਾਰਟੀ ਦਾ ਹੈ, ਉਹ ਏਜੰਡਾ ਤੇ ਬਿਲਕੁਲ ਇੰਨਾ ਕੁਰਬਾਨੀਆਂ ਜਿਸ ਕਰਕੇ ਦਿੱਤੀਆਂ ਗਈਆਂ, ਉਹਦੇ ਬਿਲਕੁਲ ਦੂਜੀ ਸਾਈਡ ਤੇ ਖੜਾ। ਹੁਣ ਇਹਨਾਂ ਦੋਵਾਂ ਦਾ ਜੋੜ ਤਾਲਮੇਲ ਕਿਵੇਂ ਪੈਦਾ ਕੀਤਾ ਜਾਏ? ਹੁਣ ਮੈਨੂੰ ਤੇ ਇਹ ਲੱਗਦਾ, ਮੈਂ ਬਹੁਤ ਲੰਬੀ ਗੱਲ ਨਾ ਕਰਾਂ, ਥੋੜਾ ਜ਼ਿਆਦਾ ਉਲਝਣ 'ਚ ਨਾ ਪੈ ਜਾਈਏ, ਜੋ ਕੀਤਾ ਪ੍ਰਧਾਨ ਮੰਤਰੀ ਜੀ ਨੇ ਅਸੀਂ ਵੈਲਕਮ ਕਰਦੇ ਹਾਂ, ਪਰ ਸਿੱਖ ਸਮੁਦਾਇ ਨੂੰ ਇਸ ਗੱਲ ਦੇ ਉੱਤੇ ਬਿਲਕੁਲ ਲਗਾਤਾਰ ਸਤਰਕ ਰਹਿਣਾ ਪਊਗਾ ਕਿ ਜਿਵੇਂ ਬਾਕੀ ਭੀਮ ਰਾਓ ਅੰਬੇਦਕਰ ਜੀ ਜਾਂ ਸ਼ਹੀਦ ਭਗਤ ਸਿੰਘ ਜੀ ਜਾਂ ਹੋਰ ਜਿੰਨੇ ਵੀ ਸਾਡੇ ਵੱਡੇ ਕੁਰਬਾਨੀ ਵਾਲੇ ਪ੍ਰਤੀਨਿਧ ਹੈਗੇ ਸਾਡੇ ਸਮੁਦਾਇ ਦੇ, ਸਾਡੇ ਪੰਜਾਬੀਆਂ ਦੇ ਜਾਂ ਹੋਰਨਾਂ ਦੇ ਵੀ ਦੇਸ਼ ਦੇ ਅੰਦਰ, ਇਹ ਨਾ ਹੋਏ ਕਿ ਉਹ ਲੋਕ ਜਿਨ੍ਹਾਂ ਦੇ ਵਿਰੁੱਧ ਉਹ ਸਾਰੀ ਉਮਰ ਖੜੇ ਹੋਏ, ਜਾ ਕੇ ਹਿੰਦੂਇਜ਼ਮ ਦੇ ਵਿਰੁੱਧ ਕਿੰਨੇ ਸੀਗੇ ਭੀਮ ਰਾਓ ਅੰਬੇਦਕਰ, ਜਾ ਕੇ ਬੁੱਧਿਜ਼ਮ ਜੁਆਇਨ ਕੀਤਾ, ਕਿਉਂ ਕੀਤਾ? ਉਹ ਸਿੱਖ ਵੀ ਬਣ ਲਈ ਆਏ ਕਿਸੇ ਵੇਲੇ, ਉਹ ਕਿਸੇ ਵੇਲੇ ਹੋਰ ਵੀ ਕਿਸੇ ਧਰਮ ਨੂੰ ਜੁਆਇਨ ਸ਼ਾਇਦ ਕਰਨਾ ਚਾਹੁੰਦੇ ਸੀ, ਕੋਈ ਕਿਸੇ ਵੀਡੀਓ 'ਚ ਕਹਿ ਰਿਹਾ ਸੀ, ਪਰ ਆਹ ਤੇ ਪਤਾ ਹੀ ਆ ਕਿ ਬੁੱਧਿਜ਼ਮ ਜੁਆਇਨ ਕੀਤਾ ਉਹਨਾਂ ਨੇ। ਇੱਥੇ ਸਿੱਖ ਜਲੰਧਰ ਇੱਕ ਕਾਨਫਰੰਸ 'ਚ ਵੀ ਆਏ ਤਾਂ ਉਹਨਾਂ ਦਾ ਕੋਈ ਇੱਥੇ ਨਹੀਂ ਗੱਲ ਉਹ ਬਣ ਸਕੀ ਜਿਸ ਤਰ੍ਹਾਂ ਉਹ ਉਮੀਦ ਕਰ ਰਹੇ ਸੀ, ਨਹੀਂ ਤੇ ਜਿੰਨੇ ਦਲਿਤ ਭਾਰਤ ਦੇ ਆ ਉਹ ਸਾਰੇ ਸਿੱਖ ਹੁੰਦੇ। ਇਸ ਕਿਸਮ ਦੀ ਗੱਲ ਚਰਚਾ ਚੱਲਦੀ ਹੈ। ਤਾਂ ਉਹ ਜਿਹੜੇ ਆ ਅੱਜ ਉਹ ਸਰਕਾਰੀ ਤੌਰ ਤੇ ਉਹਨਾਂ ਦੇ ਛੁੱਟੀ ਵੀ ਮਿਲਦੀ ਹੈ, ਸੁਸ਼ੋਭਿਤ ਵੀ ਹੁੰਦੇ, ਸਾਰਾ ਉਹ ਜਿਹੜੀ ਅਸਲੀ ਕੰਟੈਂਟ ਆ ਉਹ ਜਿੱਥੇ ਜਾਣਾ ਚਾਹੀਦਾ, ਜਿਨ੍ਹਾਂ ਲੋਕਾਂ ਦੇ ਲਈ ਉਹ ਕੁਰਬਾਨੀਆਂ ਦਿੰਦੇ ਆ, ਉਹ ਇੱਕ ਪਾਸੇ ਹੋ ਜਾਂਦਾ। ਇਹ ਗੱਲ ਦੀ ਲਗਾਤਾਰ ਇੱਕ ਪੋਸਿਬਿਲਿਟੀ, ਇੱਕ ਖਤਰਾ ਬਣਿਆ ਰਹਿੰਦਾ ਕਿ ਇਹ ਇੱਕ ਪਾਸੇ ਉਹਨਾਂ ਦੀ ਸ਼ਹੀਦਾਂ ਦੀ ਸ਼ਹੀਦੀ ਨੂੰ ਪ੍ਰੇਰਿਤ ਕਰਨਾ, ਸਾਰੇ ਦੇਸ਼ ਨੂੰ, ਦੁਨੀਆ ਨੂੰ, ਉਹਨਾਂ ਨੂੰ ਫੈਲਾਉਣਾ, ਉਹਨਾਂ ਨੂੰ ਕਿਤਾਬਾਂ ਦੇ ਵਿੱਚ, ਟੈਕਸਟ ਬੁੱਕ ਵਿੱਚ ਲਾਉਣਾ ਜਾਂ ਇਹ ਐਸੇ ਕੰਪੀਟੀਸ਼ਨ ਕਰਾਉਣਾ ਚੰਗੀ ਗੱਲ ਹੈ, ਪਰ ਨਾਲੋਂ ਨਾਲ ਹੀ ਇਹ ਨਾ ਹੋਏ ਕਿ ਫਿਰ ਆਪਾਂ ਦਿਖੀਏ ਹੀ ਨਾ। ਸਾਡਾ ਜਿਹੜਾ ਅਸਲੀ ਤੰਤ ਹੈਗਾ, ਕੰਟੈਂਟ ਹੈਗਾ, ਜਾਂ ਸਾਡੀ ਜਿਹੜੀ ਮੰਜ਼ਿਲ ਹੈ, ਅਸੀਂ ਉਹ ਛੱਡ ਕੇ ਕਿਤੇ ਹੋਰ ਹੀ ਪਾਸੇ ਗੱਡੀ ਨੂੰ ਲੈ ਤੁਰੀਏ।
ਵੀ ਠੀਕ ਹੈ ਅਸੀਂ ਵੀ ਉਹਨਾਂ ਵਿੱਚ ਹੀ ਆ ਸਾਰੇ। ਨਾਲ ਰਹਿੰਦੇ ਹੋਏ ਅਸੀਂ ਆਪਣੀ ਵਿਲੱਖਣਤਾ ਕਿਵੇਂ ਕਾਇਮ ਰੱਖਣੀ ਆ, ਨਾਲ ਰਹਿੰਦੇ ਹੋਏ ਫਿਰ ਮੈਂ ਕਹਿੰਦਾ ਕਿ ਵਿਲੱਖਣਤਾ ਉਹ ਮਾਰਗ, ਤਾਂ ਕਿ ਜਿਵੇਂ ਅੱਜ ਰਿਕੋਗਨੀਸ਼ਨ ਮਿਲੀ ਹੈ ਪ੍ਰਧਾਨ ਮੰਤਰੀ ਜੀ ਵੱਲੋਂ ਜਾਂ ਹੋਰਨਾਂ ਵੱਲੋਂ, ਇਹ ਰਿਕੋਗਨੀਸ਼ਨ ਦਾ ਹੋਰ ਫੈਲਾਅ ਬਿਨਾਂ ਉਹ ਮਾਰਗ ਜਾਂ ਬਿਨਾਂ ਉਸ ਫਲਸਫੇ ਨੂੰ ਤਿਆਗਿਆ ਜਾਂ ਉਹਦੇ ਵਿੱਚ ਖੋਟ ਪਾਇਆ ਕਿਵੇਂ ਫੈਲੇ ਅੱਗੇ, ਇਹ ਸਾਰਾ ਕੰਮ ਸਿੱਖ ਸਮੁਦਾਇ ਦਾ, ਐਸਜੀਪੀਸੀ ਦਾ ਤੇ ਹੋਰ ਸਿੱਖ ਅਨੁਯਾਈਆਂ ਦਾ ਹੈ। ਉਹਨਾਂ ਨੂੰ ਬਿਲਕੁਲ ਚੌਕੀਦਾਰ ਵਾਂਗੂ ਇਸ ਗੱਲ ਤੇ ਜਿੱਥੇ ਧਿਆਨ ਦੇਣਾ ਹੈ, ਉੱਥੇ ਅੱਗੋਂ ਵੱਧ ਕੇ ਇਸ ਵਿਚਾਰ ਨੂੰ ਕਿਵੇਂ ਅੱਗੇ ਕਦਮ ਹੋਰ ਪੁੱਟਣੇ ਆ, ਉਹਦੇ ਲਈ ਯਤਨਸ਼ੀਲ ਹੋਣਾ ਪਊਗਾ। ਜੀ, ਕੁਝ ਹੋਰ ਮੁੱਦਿਆਂ ਤੇ ਪ੍ਰੋਫੈਸਰ ਸਾਹਿਬ ਗੱਲ ਕਰਦੇ ਆ ਕਿ ਅੱਜ ਜ਼ੀਰੇ ਫੈਕਟਰੀ ਦੇ ਉੱਤੇ ਜਿੱਥੇ ਸਾਂਝਾ ਮੋਰਚਾ ਲੱਗਿਆ ਹੋਇਆ, ਵੱਡਾ ਇਕੱਠ ਸੱਦਿਆ ਗਿਆ ਪਾਣੀਆਂ ਦੇ ਮਸਲੇ ਦੇ ਉੱਤੇ, ਜਾਂ ਸਰਕਾਰ ਨੇ ਜਿਹੜੀਆਂ ਕਮੇਟੀਆਂ ਬਣਾਈਆਂ ਉਹਨੂੰ ਜਵਾਬ ਦੇਣ ਦੇ ਲਈ, ਸ਼ਾਇਦ ਕੋਈ ਕਹਿੰਦੇ ਵੱਡਾ ਐਲਾਨ ਵੀ ਕੀਤਾ ਜਾ ਸਕਦਾ। ਤੇ ਨਾਲੋਂ ਨਾਲ ਮੈਂ ਦੇਖ ਰਿਹਾ ਸੀ ਕਿ ਪਾਣੀਆਂ ਦੇ ਮਸਲੇ ਤੇ ਗੰਭੀਰਤਾ ਕਿੰਨੀ ਕੁ ਹੈ, ਕਿੰਨਾ ਕੁ ਸਾਡਾ ਪ੍ਰਸ਼ਾਸਨ ਜਾਗਦਾ, ਕਿੰਨੇ ਕੁ ਸਰਕਾਰ ਨੇ ਕੋਈ ਸਖਤ ਹੁਕਮ ਕੱਢਤੇ ਕਿ ਭਾਈ ਪੰਜਾਬ ਦੇ ਪਾਣੀ ਨੂੰ ਕਿਸੇ ਨੇ ਪਲੀਤ ਨਹੀਂ ਕਰਨਾ। ਘੱਗਰ ਦਰਿਆ ਮੂਣਕ ਦੇ ਲਾਗੇ, ਉੱਥੇ ਕਹਿੰਦੇ ਗੰਦਾ ਪਾਣੀ ਢੁਆਣੇ ਦਾ, ਹਰਿਆਣੇ ਦੀ ਕੋਈ ਫੈਕਟਰੀ ਹੈ, ਉਹਦਾ ਚੱਕ ਕੇ ਵਿੱਚ ਪਾਇਆ ਜਾ ਰਿਹਾ ਸੀਗਾ। ਉਹ ਤਾਂ ਲੋਕਾਂ ਨੇ ਸ਼ਾਬਾਸ਼ੇ ਹੈ ਕਿ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ, ਉਹਦੇ ਮਗਰ ਪਏ ਤੇ ਫਿਰ ਬਾਅਦ ਦੇ ਵਿੱਚ ਪਰਚਾ ਹੋਇਆ। ਮਤਲਬ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਵੀ ਸੁੱਤਾ ਲੱਗਦਾ। ਇਸ ਤਰ੍ਹਾਂ ਹੈ ਕਿ ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਆ, ਬਹੁਤ ਦੇਰ ਤੋਂ ਅਸੀਂ ਦੇਖ ਰਹੇ ਹਾਂ। ਈਵਨ ਜਿਹੜੀਆਂ ਜ਼ਹਿਰੀਲੀਆਂ ਦਵਾਈਆਂ ਫਸਲਾਂ 'ਚ ਅਸੀਂ ਪਾਉਂਦੇ ਆ, ਉਹ ਕਿਤੇ ਜਿੰਨੀ ਲੋੜ ਹੈ ਉਹਦੇ ਤੋਂ ਇੱਕ ਤੇ ਜ਼ਿਆਦਾ ਪਾਉਂਦੇ ਆ। ਦੂਜਾ, ਅਸੀਂ ਵੈਸੇ ਹੀ ਬਹੁਤ ਵਾਰ ਪਾਉਂਦੇ ਆ, ਹਰ ਵਾਰੀ ਪਾਉਂਦੇ ਆ। ਇਸ ਲਈ ਇਹ ਇੱਕ ਤੇ ਆਪਣੇ ਆਪ 'ਚ ਨਾਲੇ ਪੈਸਾ ਲਾਉਂਦੇ ਆ, ਨਾਲੇ ਆਪਾਂ ਜ਼ਹਿਰਾਂ ਫੈਲਾਉਂਦੇ, ਇਹ ਤੇ ਸੋਚਣ ਵਾਲੀ ਗੱਲ। ਦੂਜੀ ਹੈਗੀ ਆ ਇੰਡਸਟਰੀ ਦੀ, ਭਾਵੇਂ ਉਹ ਬ੍ਰਿਕ ਕਿਲਨ ਦਾ ਧੂੰਆਂ ਜਾਂ ਹੋਰ ਜਿਹੜਾ ਵੀ ਵਾਤਾਵਰਨ ਨੂੰ ਫਰਕ ਪੈਂਦਾ, ਜਾਂ ਉਹ ਰੇਤਾ ਬਜਰੀ ਜਿੱਥੋਂ ਵੱਡੇ ਪੱਧਰ ਤੇ ਖੋਦ ਕੇ ਕੱਢੀ ਜਾਂਦੇ ਆ, ਉਹ ਵੀ ਵਾਤਾਵਰਨ ਨੂੰ ਫਰਕ ਪੈਂਦਾ, ਜਾਂ ਜਿਹੜੇ ਇਹ ਪ੍ਰਦੂਸ਼ਿਤ ਪਾਣੀ ਜਾਂ ਹਵਾ ਕਰਦੇ ਆ ਜਿਹੜੇ ਸੋਰਸ ਆ, ਸਰੋਤ ਆ, ਉਹਨਾਂ ਦੇ ਉੱਤੇ ਕਿਵੇਂ ਧਿਆਨ ਦਿੱਤਾ ਜਾਏ। ਪ੍ਰਦੂਸ਼ਣ ਕੰਟਰੋਲ ਬੋਰਡ ਬਣਿਆ ਹੋਇਆ, ਪਰ ਉਹ ਕੰਟਰੋਲ ਨਹੀਂ ਕਰਦੇ। ਉਹ ਤਾਂ ਕਹਿੰਦੇ ਵੀ ਖੁੱਲਾ ਹੀ ਛੱਡ ਦਿਓ, ਜਿੰਨਾ ਹੁੰਦਾ ਹੋਣ ਦਿਓ, ਤਾਂ ਕਿ ਸਾਡਾ ਕਾ ਜਿਹੜਾ ਧਿਆਨ ਆ ਉਹ ਰਹਿਣਾ ਚਾਹੀਦਾ ਉਹਨਾਂ ਜਗ੍ਹਾ ਤੋਂ ਜਿੱਥੋਂ ਇਹ ਪ੍ਰਦੂਸ਼ਣ ਫੈਲ ਰਿਹਾ। ਉਹ ਕਿਸੇ ਦਾ ਕੋਈ ਜਨਤਾ ਦਾ ਜਾਂ ਸੂਬੇ ਦਾ ਉਹਨਾਂ ਦਾ ਕੋਈ ਏਜੰਡਾ ਨਜ਼ਰ ਨਹੀਂ ਆਉਂਦਾ। ਨਹੀਂ ਤੇ ਕਿਵੇਂ ਹੋ ਸਕਦਾ? ਉਹ ਕਾਹਦੇ ਲਈ ਰੱਖੇ ਹੋਏ? ਇਸੇ ਕੰਮ ਲਈ ਹੈ, ਇਸ ਲਈ ਉਹ ਮਹਿਕਮਾ ਆ ਕਿ ਪਾਣੀ ਨੂੰ ਬਚਾਇਆ ਜਾਏ, ਹਵਾ ਨੂੰ, ਧਰਤੀ ਨੂੰ, ਸਾਰਿਆਂ ਨੂੰ, ਜੰਗਲਾਂ ਨੂੰ। ਉਹ ਵੀ ਇੱਕ ਆਪਣਾ ਡਿਪਾਰਟਮੈਂਟ ਹੈਗਾ ਵੀ ਕਾਹਦੇ ਲਈ ਕਾਹਦੇ ਲਈ ਇਹ ਐਡੇ ਮਹਿਕਮੇ ਬਣੇ ਹੋਏ ਆ। ਉਹ ਤੇ ਦੁੱਖ ਵਾਲੀ ਗੱਲ ਆ ਜਿਹੜਾ ਅੱਜ ਵੱਡਾ ਇਕੱਠ ਉੱਥੇ ਹੋਣ ਜਾ ਰਿਹਾ ਆ। ਉਹਦੇ 'ਚ ਫੈਸਲੇ ਹੋਣਗੇ, ਫੈਸਲੇ ਤੇ ਇਸ ਤਰੀਕੇ ਦੇ ਹੋਣਗੇ ਕਿ ਦੇਖੋ ਸੁਖਵਿੰਦਰ, ਜੇ ਤੇ ਸੰਜੀਦਾ ਢੰਗ ਨਾਲ ਇਹ ਸਰਕਾਰ ਜਿਹੜੀ ਪੰਜਾਬ ਦੀ ਭਗਵੰਤ ਮਾਨ ਦੀ ਝਾੜੂ ਵਾਲੀ ਸਰਕਾਰ ਹੈਗੀ ਹੈ, ਜੇ ਇਹਨਾਂ ਨੇ ਸੱਚੀ ਮੁੱਚੀ ਕੋਈ ਲੋਕਾਂ ਦੇ ਹਿੱਤ ਵਿੱਚ, ਲੋਕਾਂ ਦੇ ਹੱਕ 'ਚ ਆਵਾਜ਼ ਉਠਾਉਣੀ ਹੈ ਤੇ ਉਹਨਾਂ ਦੇ ਨਾਲ ਖੜਨਾ, ਫਿਰ ਤੇ ਉਹ ਕੋਈ ਖਾਸ ਗੱਲ ਕਹਿ ਨਹੀਂ ਰਹੇ। ਉਹ ਕੰਡੀਸ਼ਨਾਂ ਇਹ ਹੈ ਕਿ ਤੁਸੀਂ ਠੀਕ ਹੈ ਬੰਦੇ ਸਾਡੇ ਸਾਰੇ ਰਿਹਾ ਕਰਤੇ, ਕੋਈ ਮਰਡਰ ਥੋੜੀ ਕੀਤਾ ਸੀ, ਪ੍ਰੋਟੈਸਟ ਹੀ ਕਰ ਰਹੇ ਸੀ। ਫਿਰ ਕੇਸ ਬਣਾਏ ਹੋਏ, ਉਹ ਰੁਲਦੇ ਫਿਰਨਗੇ ਪਤਾ ਨਹੀਂ ਕਿੰਨੀ ਦੇਰ ਤੱਕ ਕੇਸ। ਉਹ ਕਹਿੰਦੇ ਕੇਸ ਵਾਪਸ ਲਓ। ਫਿਰ ਇੱਥੇ ਆ ਕੇ ਕੋਈ ਉਹ ਬਿਜਲੀ ਦੇ ਬਿੱਲ ਵਾਲਾ ਝੂਠਾ ਜਿਹੜਾ ਕੇਸ FIR ਉਹਨੂੰ ਕੈਂਸਲ ਕਰੋ। ਇਹ ਕਈ ਨਿੱਕੀਆਂ ਗੱਲਾਂ ਕਿ ਜਿਹੜਾ ਪ੍ਰੋਟੈਸਟ ਦੇ ਉੱਤੇ ਤੁਸੀਂ ਦਮਨ ਕੀਤਾ, ਉਸ ਨੂੰ ਤੁਸੀਂ ਸਾਰੇ ਨੂੰ ਪਹਿਲਾਂ ਵਾਪਸ ਲਓ ਤੇ ਸਾਨੂੰ ਉਹਨਾਂ ਸਾਰੀਆਂ ਉਲਝਣਾਂ ਚੋਂ ਬਾਹਰ ਕਰੋ। ਫਿਰ ਉਹ ਕਹਿੰਦੇ ਸਾਡੇ ਨਾਲ ਗੱਲਬਾਤ ਕਰੋ, ਅਸੀਂ ਤੁਹਾਨੂੰ ਬੰਦੇ ਦਿੰਨੇ ਆ। ਪਰ ਜੇ ਇੰਜ ਨਹੀਂ ਕਰਦੇ, ਆਪਣੀਆਂ ਦਮਨਕਾਰੀ ਨੀਤੀ ਵੀ ਜਾਰੀ ਰੱਖਦੇ ਆ, ਤੇ ਨਾਲੋਂ ਨਾਲ ਇਹ ਕਹਿੰਦੇ ਕਿ ਆਜੋ ਕਮੇਟੀਆਂ 'ਚ ਆਜੋ ਤਾਂ ਕਿ ਤੁਹਾਡੀ ਮੋਹਰ ਲੱਗ ਜੇ, ਫਿਰ ਅਸੀਂ ਤੁਹਾਨੂੰ ਕਹਿਣ ਜੋਗੇ ਹੋ ਜਾਈਏ ਕਿ ਦੇਖੋ ਜੀ ਸੈਂਪਲ ਲੈਣ ਵਾਲਿਆਂ 'ਚ ਤੁਸੀਂ ਵੀ ਸੀ, ਇਨਕੁਆਇਰੀ ਦੇ ਵਿੱਚ ਤੇ ਤੁਸੀਂ ਵੀ ਸੀ, ਹੁਣ ਤੁਸੀਂ ਨਾ ਕਿਵੇਂ ਕਰ ਸਕਦੇ? ਇਸ ਲਈ ਇਹ ਸਾਰਾ ਤੇ ਸੋਚਣਾ ਕਿਸਾਨਾਂ ਨੂੰ ਵੀ ਪੈਣਾ, ਉੱਥੇ ਅੰਦੋਲਨਕਾਰੀਆਂ ਨੂੰ ਵੀ ਪੈਣਾ ਕਿ ਕੀ ਇਹਨਾਂ ਨੇ ਜਾਣਾ, ਜੇ ਜਾਣਾ ਤੇ ਕਿਹੜੇ ਬੰਦੇ ਭੇਜਣੇ ਆ, ਕਿੰਨਾ ਕੰਡੀਸ਼ਨਾਂ ਤੇ ਜਾਣਾ, ਤਾਂ ਕਿ ਤੁਸੀਂ ਆਪਣਾ ਵਿਚਾਰ ਦਿੰਦੇ ਹੋਏ ਜੇ ਡਿਸੈਂਟਿੰਗ ਨੋਟ ਪਵੇ ਜਾਂ ਤੁਹਾਨੂੰ ਲੱਗੇ ਕਿ ਇਹ ਕੰਮ ਧੱਕਾ ਹੋ ਰਿਹਾ, ਐਵੇਂ 2 ਨੰਬਰੀ ਕੰਮ ਹੋ ਰਿਹਾ, ਤੇ ਤੁਸੀਂ ਉਹਨਾਂ ਚੋਂ ਵਾਕ ਆਊਟ ਵੀ ਕਰ ਸਕੋ। ਇਹ ਦੇਖਣ ਵਾਲੀਆਂ ਗੱਲਾਂ। ਪਰ ਇਹ ਗੱਲ ਜ਼ਰੂਰ ਆ ਕਿ ਜਿਹੜਾ ਪਹਿਲਾ ਕਦਮ ਆ ਉਹ ਸਰਕਾਰ ਨੂੰ ਅਜੇ ਥੋੜਾ ਜਿਹਾ ਤੇ ਚੁੱਕਤਾ ਉਹਨਾਂ ਨੇ, ਪਰ ਜਿਹੜਾ ਬਾਕੀ ਦਾ ਕਦਮ ਵੀ ਚੁੱਕਣ ਵਾਲਾ ਉਹ ਚੁੱਕ ਲੈਣਗੇ ਤੇ ਠੰਡ ਠੰਡੌਲਾ ਰਹੂਗਾ। ਨਹੀਂ ਤੇ ਫਿਰ ਇਹ ਜਿਹੜਾ ਚਿੰਗਾੜੀ ਜਿਹੜੀ ਲੱਗ ਗਈ ਹੈ, ਉਹ ਸਿਆਲ ਦੇ ਵਿੱਚ ਵੀ ਭਾਂਬੜ ਬਣਦੀ
ਕਾਫੀ ਪੋਟੈਂਸ਼ੀਅਲ ਰੱਖਦੀ ਆ, ਕਾਫੀ ਲੋਕਾਂ ਦੇ ਮਨ ਵਿੱਚ ਰੋਸ ਤੇ ਗੁੱਸਾ ਹੈ, ਉਹ ਕਾਫੀ ਵੱਡੇ ਪੱਧਰ ਤੇ ਵੀ ਫੈਲ ਸਕਦੀ। ਮੈਂ ਇੱਥੇ ਨਾਲ ਗੱਲ ਤੁਹਾਨੂੰ ਇੱਕ ਹੋਰ ਜੋੜ ਕੇ ਦੱਸ ਦਿਆਂ, ਰਾਜੇਵਾਲ ਹੁਣਾਂ ਦੀਆਂ 5 ਯੂਨੀਅਨਾਂ ਨੇ, ਜੋ ਮੈਨੂੰ ਪਤਾ ਲੱਗਾ, ਮੈਂ ਆਪ ਉਹ ਪ੍ਰੈਸ ਕਾਨਫਰੰਸ ਅਟੈਂਡ ਨਹੀਂ ਕਰ ਪਾਇਆ, ਕਿ ਅੱਜ ਉਹਨਾਂ ਨੇ ਇਸ ਗੱਲ ਦੀ ਅਨਾਉਂਸਮੈਂਟ ਚੰਡੀਗੜ੍ਹ 'ਚ ਕੀਤੀ ਹੈ ਕਿ 30 ਤਰੀਕ ਦਾ ਇੱਥੇ ਜਿਹੜਾ ਚੰਡੀਗੜ੍ਹ ਦਾ ਘਿਰਾਓ ਕਰਨਾ ਸੀ, ਅਸੀਂ 2 ਫਰੰਟ ਇੱਕੋ ਵੇਲੇ ਨਹੀਂ ਖੋਲ੍ਹਣਾ ਚਾਹੁੰਦੇ, ਤੇ ਅਸੀਂ ਜ਼ੀਰੇ ਵਾਲਿਆਂ ਦੇ ਨਾਲ ਯਕਜਹਿਤੀ ਕਰ ਲਈ। ਅਸੀਂ ਉਸ ਦਿਨ ਵੱਡੇ ਪੱਧਰ ਤੇ ਹਜ਼ਾਰਾਂ ਦੀ ਗਿਣਤੀ 'ਚ ਟਰੈਕਟਰ ਟਰਾਲੀਆਂ ਜਾਂ ਬੰਦੇ ਵਹੀਕਲਸ ਲਿਜਾ ਕੇ ਉੱਥੇ ਪ੍ਰਦਰਸ਼ਨ ਕਰਾਂਗੇ, ਤੇ ਅਸੀਂ ਇੱਕ ਮੁੱਠਤਾ ਦਾ, ਇੱਕ ਜੁਟਤਾ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ। ਇਹ ਮੈਨੂੰ ਆਪਣੇ ਆਪ 'ਚ ਤੇ ਗੱਲ, ਜਿਸ ਤਰ੍ਹਾਂ ਨਵੇਂ ਹਾਲਾਤ ਉਤਪੰਨ ਹੋਏ, ਜੇ ਇਹ ਤਬਦੀਲੀ ਹੋਈ ਤੇ ਠੀਕ ਲੱਗੀ ਹੈ ਕਿ 2 ਮੋਰਚੇ ਖੋਲਣ ਦੀ ਜਗ੍ਹਾ ਉਸ ਮੋਰਚੇ ਨੂੰ ਹੋਰ ਇੱਕ ਵਾਰੀ ਜਿੱਤ ਲਿਆ ਜਾਏ, ਮਜ਼ਬੂਤੀ ਦੇ ਨਾਲ ਉੱਥੇ ਸਾਰੇ ਆਪੋ ਆਪਣੀ ਯਕਜਹਿਤੀ ਦਿਖਾਉਣ। ਪਰ ਬਾਕੀ ਕਦੋਂ ਕਿਵੇਂ ਹੁੰਦਾ, ਕਿੰਨਾ ਕੁ ਟਾਈਮ ਲੱਗਦਾ, ਇਹ ਸਰਕਾਰ ਤੇ ਡਿਪੈਂਡ ਕਰਦਾ ਕਿ ਉਹ ਕਿੰਨੀ ਛੇਤੀ ਨਾਲ ਆਪਣੇ ਕਦਮ ਅੱਗੇ ਵਧਾਉਂਦੇ ਆ। ਭਾਂਬੜ ਤਾਂ ਇੱਕ ਹੋਰ ਮੱਚਿਆ ਹੋਇਆ, ਜਿਹੜੀ ਜਗ੍ਹਾ ਦਾ ਉਦਘਾਟਨ ਨੀਂਹ ਪੱਥਰ ਰੱਖ ਕੇ ਆਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ, ਸੰਗਰੂਰ ਦੇ ਲਾਗੇ ਮਸਤੂਆਣਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ। ਇਹ ਤਾਂ ਕਹਿੰਦੇ ਸੀ ਮੈਡੀਕਲ ਕਾਲਜ ਬਣਨਾ, ਹੋਰ ਵੀ ਪੰਜਾਬ 'ਚ ਕਈ ਥਾਵਾਂ ਤੇ ਕੱਢਣੇ ਨੇ, ਪਰ ਇੱਥੇ ਤਾਂ ਪਹਿਲੇ ਦੇ ਉੱਤੇ ਹੀ ਰੌਲਾ ਪਿਆ ਹੋਇਆ ਹੈ। ਸਰਕਾਰ ਤੇ ਸ਼੍ਰੋਮਣੀ ਕਮੇਟੀ ਤੇ ਹੁਣ ਤੇ ਪਿੰਡਾਂ ਵਾਲੇ ਵੀ ਉਹਦੇ ਵਿੱਚ ਆ ਗਏ, ਆਪਸ 'ਚ ਕਾਫੀ ਤਣੀ ਲੱਗੀ ਹੋਈ ਹੈ, ਵਿਵਾਦ ਬੜਾ ਜ਼ਮੀਨ ਦਾ ਕਹਿੰਦੇ। ਨਹੀਂ, ਵਿਵਾਦ ਇਸ ਤਰੀਕੇ ਨਾਲ ਹੈ ਕਿ ਪਹਿਲਾਂ ਤੇ ਟਾਈਟਲ, ਇਹ ਤਾਂ ਸ਼ੁਰੂ 'ਚ ਹੀ ਉਦੋਂ ਹੀ ਆਵਾਜ਼ ਆ ਗਈ ਸੀਗੀ, ਪਰ ਹੁਣ ਉਹ ਆਵਾਜ਼ ਜਿਹੜੀ ਹੈ ਵਿਵਾਦ ਵਿੱਚ ਬਣ ਗਈ ਹੈ। ਜਿਹੜੇ ਇਲਾਕੇ ਦੇ ਲੋਕ ਆ, ਕਿਉਂਕਿ ਉੱਥੇ ਇੱਕ ਵੱਡਾ ਉਹਨਾਂ ਲਈ ਬੱਚਿਆਂ ਨੂੰ ਦਾਖਲਾ ਕਰਨ ਲਈ, ਦਾਖਲਾ ਦੇਣ ਲਈ, ਡਾਕਟਰੀ ਦੀ ਹੋਰ ਸਹੂਲੀਅਤ, ਕਿਉਂਕਿ ਘੱਟੋ ਘੱਟ ਕਾਫੀ 100 ਬੈੱਡ ਦੇ ਮਿਨੀਮਮ ਹੀ ਆ ਜਿਹੜੇ ਚਾਹੀਦੇ ਕਿਸੇ ਵੀ ਹਸਪਤਾਲ ਨੂੰ ਜਾਂ ਕਾਲਜ ਨੂੰ ਚਲਾਉਣ ਲਈ, ਤਾਂ ਕਿ ਉਹਨਾਂ ਨੂੰ ਟ੍ਰੇਨਿੰਗ ਹੁੰਦੀ ਹੈ ਨਾ ਬੱਚਿਆਂ ਨੂੰ ਬਾਅਦ ਵਿੱਚ ਡਾਕਟਰ ਬਣਾਉਣ ਲਈ ਪ੍ਰੈਕਟੀਕਲੀ। ਇਕੱਲਾ ਕਿਤਾਬਾਂ ਦੇ ਨਾਲ ਤੇ ਡਾਕਟਰ ਬਣ ਨਹੀਂ ਜਾਣਾ, ਹਸਪੀਟਲ ਚਾਹੀਦਾ ਨਾਲ। ਉਹ ਲੋਕੀ ਸਾਰੇ ਉਮੀਦਾਂ ਲਾਈ ਬੈਠੇ, ਇਸ ਕਰਕੇ ਲੋਕ ਤੇ ਕਹਿੰਦੇ ਆ ਵੀ ਇਸ ਨੂੰ ਸਟਾਲ ਨਾ ਕਰ ਦਿਓ। ਅਜੇ ਮੇਰਾ ਖਿਆਲ 16 ਹਸਪਤਾਲ ਬਣਾਉਣੇ ਆ, ਤੇ ਪਹਿਲੇ ਦੇ ਉੱਤੇ ਹੀ ਜਿਹੜਾ ਖਿੱਚਮ ਖਿੱਚਾ ਧੱਕਮ ਧੁੱਕਾ ਹੋਣਾ ਸ਼ੁਰੂ ਹੋ ਗਿਆ, ਤੇ ਬਾਕੀ 15 ਦਾ ਕੀ ਬਣੂਗਾ, ਵੀ ਇਹ ਨਿਉ ਪੱਥਰ ਨਾ ਚੁੱਕ ਕੇ ਕੋਈ ਭੱਜ ਜਾਏ। ਇਸ ਲਈ ਕਿਸਾਨ ਨਾ, ਜਿਹੜੇ ਲੋਕਲ ਲੋਕ ਆ, ਜਿਹੜੇ ਉੱਥੇ ਨੇੜੇ ਤੇੜੇ ਦੇ ਜਿੱਥੇ ਹਸਪਤਾਲ ਬਣਨਾ, ਉਹ ਤੇ ਇਸ ਗੱਲ ਤੇ ਮੋਰਚਾਬੰਦੀ ਕਰੀ ਬੈਠੇ ਆ ਵੀ ਇਹ ਛੇਤੀ ਇਹਨੂੰ ਕਰੋ, ਇਹਨੂੰ ਸਟਾਲ ਨਾ ਕਰੋ, ਇਹਨੂੰ ਰੋਕੋ ਨਾ। ਐਸਜੀਪੀਸੀ ਕਹਿੰਦੀ ਹੈ ਕਿ ਇਹ ਗੁਰਦੁਆਰੇ ਦੀ ਜ਼ਮੀਨ ਆ, ਅਸੀਂ ਬਿਲਕੁਲ ਨਹੀਂ ਵਿਰੋਧਤਾ ਕਰਦੇ ਹਸਪਤਾਲ ਦੀ ਜਾਂ ਕਾਲਜ ਦੀ, ਜੀ ਸਦਕੇ ਬਣਾਓ, ਪਰ ਜਿਹਦੀ ਜ਼ਮੀਨ ਉਹਨੂੰ ਮੁਆਵਜ਼ਾ ਤੇ ਦਿਓ। ਤੁਸੀਂ ਹੋਰ ਹੀ ਕਿਸੇ ਕੋਲੋਂ ਕਾਗਜ਼ ਲਿਖਾ ਕੇ ਤੇ ਫਟਾਫਟ ਪੱਥਰ ਰੱਖ ਕੇ ਆਪਣਾ ਚੰਡੀਗੜ੍ਹ ਚਲੇ ਗਏ ਆ, ਉਹ ਬੰਦਿਆਂ ਦਾ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੈਗੀ ਆ ਜਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ, ਉਹਨਾਂ ਨੂੰ ਨਾਲ ਕੋਈ ਮੀਟਿੰਗ ਕਰਕੇ ਕਾਗਜ਼ ਪੱਤਰ ਦੇਖ ਲਓ, ਤੇ ਜੇ ਤੁਹਾਨੂੰ ਉਹ ਕਾਗਜ਼ ਪੱਤਰ ਗਲਤ ਲੱਗਦੇ ਆ, ਜੇ ਮਾਲਕੀਅਤ ਨਹੀਂ ਲੱਗਦੀ, ਤੇ ਜੋ ਮਰਜ਼ੀ ਕਰੋ, ਪਰ ਜੇ ਉਹ ਮਲਕੀਅਤ ਦੱਸ ਰਹੇ ਆ, ਤਾਂ ਫਿਰ ਤੇ ਭਈ ਹਸਪਤਾਲ ਬਣਿਆ ਵੀ ਕੱਲ ਨੂੰ ਕੋਰਟ ਵਿੱਚ ਕੰਟਰੋਵਰਸੀ 'ਚ ਫਸ ਜਾਊਗਾ। ਕਈ ਕੇਸ ਪਹਿਲਾਂ ਵੀ ਸਰਕਾਰ ਨੇ, ਹੁਣ ਵਾਲੀ ਨੇ, ਹਾਰੇ ਆ, ਕੋਰਟ ਵਿੱਚ ਹਾਰੇ ਆ। ਇਹ ਨਾ ਹੋਵੇ ਕਿ ਇਹ ਵੀ ਕੋਰਟ ਫਿਰ ਹਾਰ ਜਾਣ। ਇਹ ਮੇਰਾ ਖਿਆਲ ਹੈ ਕਿ ਐਸਜੀਪੀਸੀ ਦੇ ਮੈਂ ਮੈਂਬਰ ਸੁਣ ਰਿਹਾ ਸੀ ਜਿਹੜੇ ਬੋਲ ਰਹੇ ਸੀ, ਗਰੇਵਾਲ ਸਾਹਿਬ, ਉਹਨਾਂ ਨਾਲ ਜਾਂ ਉਹਨਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕਰਕੇ ਇਸ ਮਾਮਲੇ ਨੂੰ ਸੌਰਟ ਆਊਟ ਕਰ ਲੈਣਾ ਚਾਹੀਦਾ। ਹਰ ਕੋਈ, ਭਾਵੇਂ ਉਹ ਐਸਜੀਪੀਸੀ ਆ, ਭਾਵੇਂ ਉੱਥੇ ਜਨਤਾ ਜਨਾਰਦਨ ਇਲਾਕੇ ਦੇ ਲੋਕ ਆ, ਸਾਰੇ ਚਾਹੁੰਦੇ ਆ ਕਿ ਹਸਪਤਾਲ ਬਣਨਾ ਚਾਹੀਦਾ, ਔਰ ਕਾਲਜ ਵੀ ਉੱਥੇ ਛੇਤੀ ਤੋਂ ਛੇਤੀ ਸ਼ੁਰੂ ਹੋ ਜਾਣਾ ਚਾਹੀਦਾ। ਜੀ, ਆਖਰੀ ਖਬਰ ਪ੍ਰੋਫੈਸਰ ਸਾਹਿਬ ਰੇਤੇ ਦੇ ਨਾਲ ਜੁੜੀ ਆ। ਪਿਛਲੇ ਦਿਨਾਂ 'ਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਰਕਾਰੀ ਵਿਕਰੀ ਕੇਂਦਰ ਖੋਲਿਆ ਕਿੱਥੇ? ਨਿਊ ਚੰਡੀਗੜ੍ਹ। ਉਹ ਜਿੱਥੇ ਵੱਡੇ ਲੋਕ, ਵੱਡੇ ਮਹਿਲ, ਵੱਡੇ ਕਹਿ ਲਓ ਕਿ ਵਿਲੇ, ਜਾਂ ਫਿਰ ਉਹਦੇ ਆਲੇ ਦੁਆਲੇ ਜਿੰਨੀ ਕੁ ਡਿਵੈਲਪਮੈਂਟ ਹੋ ਰਹੀ ਆ, ਕਈ ਮਲਟੀ ਸਟੋਰੀ ਫਲੈਟ ਬਣ ਰਹੇ ਨੇ, ਉੱਥੇ ਲੱਗਣਾ। ਸਰਕਾਰੀ ਵਿਕਰੀ ਕੇਂਦਰ ਤਾਂ ਆਮ ਲੋਕਾਂ ਦੀ ਪਹੁੰਚ ਤੱਕ ਨਹੀਂ ਸੀ ਹੋਣੇ ਚਾਹੀਦੇ। ਇਹ ਸਵਾਲ ਲੋਕਾਂ 'ਚ ਉੱਠਦੇ ਨੇ ਕਿ ਅਸੀਂ ਆਮ ਲੋਕ ਆ, ਸਾਡੇ ਤੱਕ, ਸਾਡੇ ਜ਼ਿਲ੍ਹਿਆਂ 'ਚ, ਸਾਡੇ ਮੁਹੱਲਿਆਂ 'ਚ, ਸਾਡੇ ਇਧਰਲੇ ਪਾਸੇ ਹੋਣਾ ਚਾਹੀਦਾ। ਤੁਸੀਂ ਨਿਊ ਚੰਡੀਗੜ੍ਹ 'ਚ ਬਣਾਤਾ, ਕਿਤੇ ਪੈਸਾ ਇਕੱਠਾ ਕਰਨ ਦਾ ਸੋਰਸ ਤਾਂ ਨਹੀਂ ਤਿਆਰ ਹੋ ਰਿਹਾ, ਜਾਂ 28 ਰੁਪਏ ਫੁੱਟ ਦੇ ਹਿਸਾਬ ਨਾਲ ਉਹਦਾ ਰੌਲਾ ਸੀ। ਹੁਣ ਇਹਨਾਂ ਨੇ ਕਹਿੰਦੇ ਰੇਟ ਜਿਹੜੇ ਨੇ ਢੋਆ ਢੁਆਈ ਦੇ, ਉਹ ਤੈਅ ਕਰ ਦਿੱਤੇ ਨੇ। ਆਹੋ, ਮੈਨੂੰ ਲੱਗਦਾ ਇਹ ਨਾ, ਜਿੱਥੋਂ ਤੱਕ ਆਰਥਿਕ ਮਾਮਲਿਆਂ ਦੇ ਵਿੱਚ ਬਹੁਤ ਹੀ ਐਵੇਂ ਉੱਬੜਵਾਏ ਜੇ ਉੱਠਦੇ ਆ, ਕੋਈ ਐਲਾਨ ਕਰ ਦਿੰਦੇ ਆ
ਜੇ ਅੱਗਿਓਂ ਡਾਂਗ ਸੋਟਾ ਚੁੱਕ ਲੈਂਦੇ ਆ ਜਾਂ ਲੋਕ ਪ੍ਰੋਟੈਸਟ ਕਰਦੇ ਫਿਰ ਕਹਿੰਦੇ ਵਾਪਸ ਲੈ ਲੈਂਦੇ ਆ, ਤੁਹਾਨੂੰ ਕੀ ਫਰਕ, ਸਾਨੂੰ ਕੀ ਫਰਕ ਪੈਂਦਾ, ਕੱਲ ਨੂੰ ਕੁਝ ਹੋਰ ਕਰ ਦਿਆਂਗੇ। ਇਹਨਾਂ ਨੂੰ ਕੁਝ ਸਮਝ ਨਹੀਂ ਪੈ ਰਹੀ, ਜਾਂ ਤੇ ਇਹਨਾਂ ਕੋਲ ਪਲੈਨਿੰਗ ਨਹੀਂ ਜਾਂ ਬੇਈਮਾਨੀ ਆ। ਦੋਵਾਂ ਚੋਂ ਇੱਕੋ ਗੱਲ ਆ, ਜਾਂ ਤੇ ਅਣਜਾਣ ਆ, ਤੇ ਪਤਾ ਹੀ ਨਹੀਂ ਕਿਵੇਂ ਕਰੀਦਾ, ਜਾਂ ਫਿਰ ਇਹ ਅੰਦਰੋਂ ਕੋਈ ਬੇਈਮਾਨੀ ਆ, ਉਹ ਸਕੀਮਾਂ ਲਾਉਂਦੇ ਆ ਕਿ ਅਸੀਂ ਆਪਣਾ ਲੋਕਾਂ ਦੇ ਥੋੜਾ ਜਿਹਾ ਨੇੜੇ ਜਾ ਕੇ ਕਿਵੇਂ ਆਪਾਂ ਵੀ ਦੂਜਿਆਂ ਵਾਂਗੂ ਕਬਜ਼ਾ ਕਰੀਏ, ਕੁਝ ਸਾਨੂੰ ਮਾਣ ਭੱਤਾ ਮਿਲੇ, ਕੁਝ ਸਰਕਾਰ ਦੇ ਖਜ਼ਾਨੇ 'ਚ ਵੀ 4 ਪੈਸੇ ਆ ਜਾਣ। ਤੇ ਇਹ ਸਾਰੀ ਗੱਲ ਜਿਹੜੀ ਆ ਜਾਂ ਤੇ ਉਧਰ ਨੂੰ ਜਾਂਦੀ ਲੱਗਦੀ ਹੈਗੀ। ਨਹੀਂ ਤੇ ਇਹ ਇੱਕ ਬਿਲਕੁਲ ਅਨਪੜ੍ਹ ਬੰਦੇ ਨੂੰ ਵੀ ਪਤਾ ਕਿ ਰੇਤਾ ਬਜਰੀ ਪਹਿਲਾਂ ਕਿਵੇਂ ਸਪਲਾਈ ਹੁੰਦਾ ਸੀ। ਤੁਹਾਨੂੰ ਪਤਾ ਅਕਾਲੀ ਜਿਹੜੇ ਸੀ ਰਿਵਰਸ ਜਿਹੜੀ ਆਕਸ਼ਨ ਕਰਦੇ ਸੀ, ਰਿਵਰਸ ਬੋਲੀ ਲਵਾਉਂਦੇ ਸੀ, ਮਤਲਬ ਘੱਟ ਤੋਂ ਘੱਟ ਕਿਵੇਂ ਤੇ ਵੱਧ ਤੋਂ ਵੱਧ ਸਸਤਾ ਰੇਤਾ ਕਿਵੇਂ ਦਿਵਾਉਣਾ। ਉਹਨਾਂ ਦੇ ਵੇਲੇ ਕਿਸੇ ਵੇਲੇ 20 ਕਰੋੜ 40 ਕਰੋੜ ਰੁਪਈਆ ਜਾਂ 48 ਕਰੋੜ ਰੁਪਈਆ ਪੂਰੀ ਰੇਤਾ ਤੋਂ ਇਕੱਠਾ ਕਰਦੀ ਸੀ ਸਰਕਾਰ। ਉਹ ਕਹਿੰਦੇ ਸੀ ਇਹ ਸਹੂਲੀਅਤ ਹੈਗੀ ਹੈ, ਲੋਕਾਂ ਲਈ ਸਹੂਲੀਅਤ ਹੈਗੀ, ਇਸ ਤੋਂ ਅਸੀਂ ਕਮਰਸ਼ੀਅਲ ਇੰਟਰਸਟ ਨਹੀਂ ਬਣਾਉਣੇ, ਸਰਕਾਰ ਨੇ ਪੈਸਾ ਨਹੀਂ ਕਮਾਉਣਾ, ਜੇ ਪੈਸਾ ਕਮਾਊਗੀ ਤਾਂ ਫਿਰ ਰੇਤਾ ਬਜਰੀ ਮਹਿੰਗਾ ਮਿਲੂਗਾ। ਇਹ ਬਾਅਦ ਵਿੱਚ ਕਾਂਗਰਸ ਵੇਲੇ ਫਿਰ ਹੋਰ ਫੱਟੇ ਚੱਕੇ ਗਏ, ਆ ਕੇ ਚੰਨੀ ਨੇ ਇਹ 5.5 ਰੁਪਏ ਕਿਊਬਿਕ ਫੁੱਟ ਦਾ ਰੇਟ ਕੀਤਾ, ਜਿੱਥੋਂ ਰੇਤਾ ਨਿਕਲਦਾ ਉੱਥੇ ਸ਼ੁਰੂਆਤ ਦੇ ਵਿੱਚ, ਬਾਕੀ ਟਰਾਂਸਪੋਰਟ ਦਾ ਖਰਚਾ। ਫਿਰ ਵੀ ਰੇਤਾ ਮਹਿੰਗਾ ਮਿਲਦਾ ਰਿਹਾ ਕਿਉਂਕਿ ਟਰਾਂਸਪੋਰਟ ਦਾ ਖਰਚਾ ਇੰਨਾ ਪਾ ਦਿੱਤਾ ਜਾਂਦਾ ਰਿਹਾ, ਜਾਂ ਜੋ ਵੀ ਜਿਸ ਤਰੀਕੇ ਨਾਲ ਉਹ ਸਾਰਾ ਮਾਫੀਆ ਕਹਿ ਲਓ ਜਾਂ ਕੁਝ ਕਹਿ ਲਓ, ਜਿਹੜੇ ਵੀ ਬੰਦੇ ਪਹਿਲਾਂ 2 ਨੰਬਰੀ ਕੰਮ ਕਰਦੇ ਉਸੇ ਤਰ੍ਹਾਂ ਧੜੱਲੇ ਨਾਲ ਚੱਲਦਾ ਰਿਹਾ। ਉਹ ਕੋਈ ਰੋਕ ਕੇ ਲੋਕਾਂ ਨੂੰ ਰਾਹਤ ਨਹੀਂ ਮਿਲੀ ਜਿੰਨੀ ਮਿਲਣੀ ਚਾਹੀਦੀ ਸੀ। ਆ ਹੁਣ ਜਿਹੜੇ ਰੇਟ ਕੱਢਦੇ ਆ ਤੇ ਸਿਰੇ ਹੀ ਲਾਤਾ। ਹੁਣ ਇਹਨਾਂ ਨੇ ਸਰਕਾਰੀ ਰੇਟ ਜਿੱਥੋਂ ਕੱਢਦੇ ਰੇਤਾ, ਉਸ ਸ਼ੁਰੂਆਤ ਦੇ ਵਿੱਚ ਜਿੱਥੇ ਰੇਤਾ ਨਿਕਲ ਰਿਹਾ, ਉਹਦਾ ਮੈਨੂੰ ਲੱਗ ਰਿਹਾ ਕਿ 9.5 ਜਾਂ 9.25 ਦੇ ਕਰੀਬ 1 ਫੁੱਟ ਦਾ ਕਿਊਬਿਕ ਫੁੱਟ ਦਾ, ਉਹਨਾਂ ਨਾਲੋਂ ਪਹਿਲਾਂ ਹੀ ਦੁੱਗਣੇ ਦੇ ਕਰੀਬ ਦਾ, ਦੁੱਗਣੇ ਤੋਂ ਥੋੜਾ ਘੱਟ ਆ। ਜੇ ਸ਼ੁਰੂਆਤੀ ਇਹਨਾਂ ਦੇ ਵਿੱਚ ਟਰਾਂਸਪੋਰਟ ਪਾ ਕੇ ਆਪ ਇਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ 28 ਰੁਪਏ ਰੇਤਾ ਦਿਆਂਗੇ, ਹੁਣ ਨਾਲ ਹੀ ਟਰਾਂਸਪੋਰਟ ਦੇ ਰੇਟ ਨਿਕਲ ਆਏ ਆ। ਕਹਿ ਤੇ ਇਹ ਰਹੇ ਆ ਕਿ ਅਸੀਂ ਇੱਕ ਨਵੀਂ ਸਕੀਮ ਲਾਂਚ ਕਰ ਰਹੇ। ਕਿਹੜੀ ਨਵੀਂ ਸਕੀਮ ਲਾਂਚ ਹੋ ਰਹੀ ਹੈ ਜੀ? ਉਹਦੇ 'ਚ ਰੇਟ ਅਲੱਗ-ਅਲੱਗ ਡਿਸਟੈਂਸ ਦੇ ਅਲੱਗ-ਅਲੱਗ ਰੇਟਸ ਆ ਗਏ ਅਖਬਾਰਾਂ 'ਚ। ਉਹਨਾਂ ਦੇ ਇਲਾਵਾ ਅਸੀਂ ਟਰਾਂਸਪੋਰਟ ਦੀ ਰਜਿਸਟ੍ਰੇਸ਼ਨ ਕਰਕੇ ਤੇ ਹਰ ਜ਼ਿਲ੍ਹੇ ਹੈੱਡਕੁਆਟਰ ਤੇ ਰੇਤਾ ਹੋਊਗੀ ਇਕੱਠੀ, ਜਿਵੇਂ ਅਨਾਜ ਭੰਡਾਰ ਹੁੰਦੇ ਆ, ਹੁਣ ਅਨਾਜ ਦੀ ਜਗ੍ਹਾ ਰੇਤਾ ਇਕੱਠੀ ਹੋਇਆ ਕਰੂਗੀ, ਤੇ ਉੱਥੋਂ ਜਿਹਨੂੰ ਰੇਤਾ ਚਾਹੀਦੀ ਆ ਇੱਕ ਸਾਈਟ ਹੋਊਗੀ, ਜਿਸ ਤਰ੍ਹਾਂ ਐਪ ਹੁੰਦੀ ਹੈ, ਬੰਦਾ ਕਹੂਗਾ ਮੈਨੂੰ ਇੰਨੀ ਰੇਤਾ ਭੇਜੋ, ਜਿਵੇਂ ਤੁਸੀਂ ਉਬਰ ਜਾਂ ਹੋਰ ਕਿਸੇ ਨੂੰ ਵੀ ਤੁਸੀਂ ਗੱਡੀ ਨੂੰ ਬੁਲਾਉਂਦੇ ਆ, ਇੰਜ ਤੁਸੀਂ ਕਹੋਗੇ, ਤੁਸੀਂ ਆਪਣੀ ਲੋਡ ਭਰ ਦੋਗੇ, ਐਡਰੈਸ ਭਰ ਦੋਗੇ, ਤੇ ਇਹ ਇੱਧਰ ਕਿਉਂਕਿ ਸਰਕਾਰ ਕੋਲੋਂ ਐਪ ਦੇ ਵਿੱਚ ਜਿਹੜੇ ਬੰਦੇ ਹੋਣਗੇ ਉਹਨਾਂ ਨੇ ਕਿ ਕਿਹਦੀ ਵਾਰੀ ਆ, ਫਲਾਨਾ ਟਰੱਕ ਨੇੜੇ ਕਿਹੜਾ ਸਭ ਤੋਂ, ਉਹ ਚਲੇ ਜਾਓ ਉੱਥੇ ਰੇਤਾ ਛੱਡ ਕੇ ਆਓ। ਉਹ ਉਬਰ ਵਾਲੇ ਇੱਕ ਸਿਸਟਮ ਦੇ ਵਿੱਚ ਇੱਕ ਨੈਟਵਰਕਿੰਗ ਬਣਾ ਕੇ ਇਧਰੋਂ ਟਰੱਕ ਚਲੇ ਜਾਊ, ਉਧਰੋਂ ਡਿਮਾਂਡ ਆ ਜਾਊ ਤੇ ਧੜਾ ਧੜ ਰੇਤਾ ਪਹੁੰਚਾਇਆ ਜਾਊ, ਤੇ ਜਿਹੜੇ ਕੰਜ਼ਿਊਮਰ ਆ ਰੇਤਾ ਜਿਹਨੇ ਖਰੀਦਣਾ ਆ, ਉਹ ਟਰਾਂਸਪੋਰਟ ਦਾ ਚਾਰਜ ਨਾਲੋਂ ਨਾਲ ਦੇਈ ਜਾਊਗਾ, ਕਿਉਂਕਿ ਉਹਦੇ ਰੇਟ ਪਹਿਲਾਂ ਹੀ ਤੈਅ ਸੋਰਸ ਤੋਂ ਹੋ ਗਏ ਆ। ਹੁਣ ਇਹ ਸਿਰੇ ਕਿੰਨਾ ਕੁ ਲੱਗਦਾ, ਕਾਗਜ਼ੀ ਗੱਲਾਂ, ਹਵਾਈ ਗੱਲਾਂ, ਇੱਕ ਸਿਸਟਮ ਪਹਿਲਾਂ ਬਣਿਆ ਹੁੰਦਾ, ਇਹਦੇ ਵਿਰੁੱਧ ਇੱਕ ਅੱਧੇ ਦਿਨ 'ਚ ਹੀ ਦੇਖ ਲਿਓ, ਮੈਨੂੰ ਤੇ ਲੱਗਦਾ ਪਹਿਲਾਂ ਹੀ ਟਰੱਕ ਆਪਰੇਟਰ ਯੂਨੀਅਨ ਵਾਲੇ ਬੈਠੇ ਆ ਕਿ ਸਾਡੀਆਂ ਯੂਨੀਅਨਾਂ ਸਾਡੇ ਅਧਿਕਾਰ, ਸਾਡੇ ਹੱਕ ਇੱਥੇ ਰੱਖ ਘੇਰੀ ਬੈਠੇ ਠੰਡ 'ਚ। ਆ ਨਵਾਂ ਟਰਾਂਸਪੋਰਟ ਵਾਲਿਆਂ ਨੇ ਚੱਲ ਪੈਣਾ ਵੀ ਇਹ ਤੇ ਸਾਡੇ ਸਿਰ ਤੇ, ਸਾਡੀ ਫਿਰ ਆਟੋਨਮੀ ਕੀ ਹੋਈ, ਅਸੀਂ 4 ਪੈਸੇ ਕਿੱਥੋਂ ਬਣਾਉਣੇ ਜੇ ਸਰਕਾਰ ਨੇ ਸਾਡੇ ਵੀ ਤੈਅ ਕਰਨੇ ਰੇਟ ਸਾਰੇ ਹਰ ਗੱਲ ਦੇ ਸਰਕਾਰੀ ਬੱਸਾਂ ਵਾਂਗੂ, ਤੇ ਫਿਰ ਸਾਡੇ ਪ੍ਰਾਈਵੇਟ ਟਰੱਕ ਕਾਹਦੇ ਰਹੇ? ਉੱਥੇ ਇੱਕ ਹੋਰ ਕਈ ਪੰਗੇ ਪੇਚੇ ਪੈਣੇ ਆ। ਪਰ ਮੈਂ ਤਾਂ ਹੀ ਕਹਿਣਾ ਕਿ ਉੱਬੜ-ਬਾਏ ਜੇ ਉੱਠਦੇ ਆ, ਅਟਕਲ ਪੱਚੂ ਜੇ, ਮਤਲਬ ਭਬੂਤਰੇ ਜੇ ਫਿਰਦੇ। ਮੈਨੂੰ ਲੱਗਦਾ ਇਹਨਾਂ ਨੂੰ ਚਾਹੀਦਾ ਇਹ ਅਸਲ 'ਚ ਜੋ ਇਹਨਾਂ ਦਾ ਬਣਦਾ ਕਿ ਚੰਗੀ ਪਲੈਨਿੰਗ ਕਰਨ, ਕੁਛ ਲੌਂਗ ਰਨ ਦੀ, ਕਿ ਜਿਹੜੀ ਸਲੋਲੀ ਹਰ ਸਾਲ ਇੰਨਾ ਕੁ ਕਰਨਾ ਕਦਮ ਬਾ ਕਦਮ, ਤੇ ਕੁਛ ਤੁਰੰਤ ਰਾਹਤ ਵਾਲੀ ਵੀ ਜਿਹੜਾ ਹੁਣ SOS ਉਹ ਤੁਰੰਤ ਵੀ ਅਨਾਉਂਸ ਕਰਨ। ਇਹ ਇਸ ਤਰੀਕੇ ਨਾਲ ਦੋਹਰੀ ਪਾਲਿਸੀ ਕਰਨਗੇ ਤੇ ਤਾਂ ਜਾ ਕੇ ਮਾੜਾ ਮੋਟਾ ਸਾਹ ਆ ਸਕਦਾ। ਹਾਲ ਦੀ ਘੜੀ ਤੇ ਜਿਹੜਾ ਵੀ ਕਦਮ ਲੈਂਦੇ ਆ ਉਹ ਆਪਣੀ ਰਾਤ ਨੂੰ, ਜਿਸ ਤਰ੍ਹਾਂ ਰਾਤੀ ਕੋਈ ਸੁਪਨਾ ਆਇਆ ਹੁੰਦਾ ਤੇ ਅਗਲੇ ਦਿਨ ਉਹਦੇ ਆਧਾਰ ਤੇ ਅਨਾਉਂਸ ਕਰ ਦਿੰਦੇ, ਇਸ ਤਰੀਕੇ ਨਾਲ ਹੋ ਰਿਹਾ ਜ਼ਿਆਦਾ। ਇਕੋਨਮੀ ਦਾ ਅੱਜ ਇੱਕ ਆਇਆ, ਤੁਸੀਂ ਜਾਣਦੇ ਆ, ਰੁਚਿਕਾ ਖੰਨਾ ਟ੍ਰਿਬਿਊਨ ਦੇ ਵਿੱਚ ਲਿਖਦੇ ਆ, ਇਕਨੋਮਿਕ ਕਾਲਮ ਬਹੁਤ ਸੋਹਣਾ ਲਿਖਦੇ ਆ। ਉਹਨਾਂ ਨੇ ਸਾਫ਼ ਦੱਸਤਾ ਵੀ ਹਾਲਾਤ ਬੜੀ ਖਰਾਬ ਆ, ਵੈਟ ਦਾ 1 ਪੈਸਾ ਵੀ ਪਿਛਲੇ ਸਾਲ ਨਾਲੋਂ ਵਧਿਆ ਨਹੀਂ,
23% GST ਦਾ ਵਧਿਆ, ਪਰ ਉਸ ਬਾਕੀ ਸੂਬਿਆਂ ਦਾ ਵੀ ਵਧਿਆ ਮਹਿੰਗਾਈ ਕਰਕੇ ਉਹਨਾਂ ਕੁ ਤੇ ਇੱਕ ਨਾਰਮਲ ਰੇਟ ਆ ਜਿੰਨਾ ਕੁ ਵਧਿਆ, ਉਹਦੇ ਨਾਲ ਸਰਕਾਰੀ ਖਜ਼ਾਨੇ 'ਚ ਪੈਸਾ ਆ ਨਹੀਂ ਰਿਹਾ, ਕਰਜ਼ਾ ਲੈਣਾ ਪੈ ਰਿਹਾ। ਤੁਸੀਂ ਦੱਸਿਆ ਜਾਂ ਕਿਸੇ ਨੇ ਦੱਸਿਆ 30,000 ਕਰੋੜ ਰੁਪਏ ਤੱਕ ਕਰਜ਼ਾ ਲੈ ਲਿਆ। ਖੈਰ ਉਹਨੇ ਤੇ ਇੰਨਾ ਨਹੀਂ ਕੋਟ ਕੀਤਾ, ਪਰ ਇਹ ਗੱਲ ਆ ਕਿ ਹੁਣ ਸਾਡੇ ਸੂਬੇ ਦਾ ਕਰਜ਼ਾ 3 ਲੱਖ ਕਰੋੜ ਰੁਪਈਆ ਇਸ ਵੇਲੇ ਹੋ ਗਿਆ। ਤੇ ਜੇ ਰੱਬ ਦੀ ਮਿਹਰ ਦੇ ਨਾਲ ਜੇ 5 ਸਾਲ ਕੱਢ ਕੇ ਤੇ 4 ਲੱਖ ਕਰੋੜ ਰੁਪਈਆ ਹੋਊਗਾ। ਇਸ ਵੇਲੇ ਹਰ ਜੀ ਦੇ ਸਿਰ ਤੇ ਜਿਹੜਾ ਪੰਜਾਬੀ, ਹਰ ਪੰਜਾਬੀ ਉਹ ਲੱਖ ਕੁ ਰੁਪਈਏ ਤੋਂ ਉੱਪਰ ਕਰਜ਼ਾ ਔਸਤਨ। ਤੇ ਤੁਸੀਂ ਆਪੇ ਦੇਖ ਲਓ ਕਿ ਵਾਲ ਵਿੰਨਿਆ ਪਿਆ ਕਰਜ਼ਿਆਂ ਦੇ ਨਾਲ, ਤੇ ਕਿਸਾਨੀ ਤੇ ਕਰਜ਼ਾ ਅਲੱਗ। ਇਹ ਸੂਬੇ ਦਾ ਕਰਜ਼ਾ ਅਸੀਂ ਚੱਕਣਾ, ਤੇ ਇਹਦੇ ਲਈ ਇਸ ਲਈ ਕੋਈ ਜਦ ਤੱਕ ਪੁਖਤਾ ਪਾਲਿਸੀ ਨਹੀਂ ਹੋਊਗੀ, ਕੇਜਰੀਵਾਲ ਨੂੰ ਬਿਠਾ ਲੈਣ, ਹੋਰ ਬੰਦਿਆਂ ਨੂੰ ਬਿਠਾ ਲੈਣ, ਕੇਜਰੀਵਾਲ ਵੀ ਬਥੇਰਾ ਸਿਆਣਾ, ਪਰ ਮੈਨੂੰ ਲੱਗਦਾ ਉਹਦਾ ਦਿਮਾਗ ਇਸ ਪਾਸੇ ਨਹੀਂ ਚੱਲਦਾ ਕਿ ਲੋਕਾਂ ਨੂੰ ਕਿਵੇਂ ਦੇਣਾ। ਉਹ ਤੇ ਠੀਕ ਹੈ ਵੀ 1000 ਰੁਪਇਆ ਦੇ ਦਿਓ, ਉਹ ਦੇ ਦਿਓ, ਕਿਉਂਕਿ ਸਿੱਧਾ ਵੋਟਾਂ ਵੱਡੀ ਦੇ ਕੇ ਬ੍ਰਾਈਬ ਕਰਕੇ ਖਰੀਦਣ ਵਾਲੀ ਗੱਲ ਹੈਗੀ। ਉਸ ਕੰਮ 'ਚ ਉਹਦਾ ਦਿਮਾਗ ਬਹੁਤ ਤੇਜ਼ ਕਿ ਵੋਟਾਂ ਕਿਵੇਂ ਖਰੀਦਣੀਆਂ। ਪਰ ਦੇਸ਼ ਦਾ, ਸੂਬੇ ਦਾ, ਲੋਕਾਂ ਦਾ ਪੁਖਤਾ ਵਿਕਾਸ ਕਿਵੇਂ ਕਰਨਾ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਹੋਣ, ਉਧਰ ਨੂੰ ਕੋਈ ਸੋਚ ਕਿਸੇ ਦੀ ਵੀ ਚੱਲਦੀ ਲੱਗਦੀ ਨਹੀਂ। ਜੇ ਨਹੀਂ ਚੱਲੀ ਤੇ ਜਿਵੇਂ ਇੰਨੀ ਭਰ ਸਰਦੀ ਦੇ ਵਿੱਚ ਰਾਜਨੀਤਿਕ ਤਾਪਮਾਨ ਧਰਾਤਲ ਤੋਂ ਉੱਠਦਾ ਜਾ ਰਿਹਾ, ਤੇ ਇਹ ਕਿਤੇ ਅਬਾਲੇ ਵਾਲੇ ਪੁਆਇੰਟ ਤੱਕ ਨਾ ਪਹੁੰਚ ਜਾਏ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤੁਹਾਡਾ, ਸਾਡੇ ਸਰੋਤਿਆਂ ਦਾ, ਤੁਹਾਡੀ ਟੀਮ ਦਾ, ਸਾਰਿਆਂ ਦਾ ਧੰਨਵਾਦ।